ਹੈਲੋ ਫਰੈਂਡਸ, ਵੈਲਕਮ ਟੂ ਸਕਸੈਸ ਪੁਆਇੰਟ। ਅੱਜ ਜਿਹੜਾ ਆਪਣਾ ਨੈਕਸਟ ਟੌਪਿਕ ਹੈ ਲੈਕਚਰ ਨੰਬਰ 5 ਕਾਰਬਨ ਅਤੇ ਇਸਦੇ ਯੌਗਿਕ। ਜਿਨ੍ਹਾਂ ਵਿਦਿਆਰਥੀਆਂ ਨੇ ਅਜੇ ਤੱਕ ਚੌਥਾ ਲੈਕਚਰ ਨਹੀਂ ਦੇਖਿਆ ਹੈ, ਪਹਿਲਾਂ ਉਹ ਚੌਥਾ ਲੈਕਚਰ ਜਿਹੜਾ ਉਹ ਦੇਖ ਲੈਣ ਤਾਂ ਜੋ ਇਹ ਵਾਲਾ ਲੈਕਚਰ ਤੁਹਾਨੂੰ ਸਹੀ ਤਰੀਕੇ ਰਾਹੀਂ ਸਮਝ ਆ ਸਕੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਲੜੀ ਜਿਹੜੀ ਹੈਗੀ ਹੈ ਕਿਸ ਦਾ ਪਰਮਾਣੂ ਅੰਕ ਕਿੰਨਾ ਹੈ ਉਹ ਯਾਦ ਕਰ ਲੈਣਾ ਹੈ ਆਪਾਂ। ਜਿਵੇਂ ਹਾਈਡਰੋਜਨ 1, ਹੀਲੀਅਮ 2, ਹਾਈਡਰੋਜਨ, ਹੀਲੀਅਮ, ਲਿਥੀਅਮ, ਬੈਰੀਲੀਅਮ, ਬੋਰਨ, ਕਾਰਬਨ ਤਾਂ ਜਿਹੜਾ ਆਪਣੇ ਕੋਲ ਕਾਰਬਨ ਅਤੇ ਇਸ ਦੇ ਯੌਗਿਕ ਹੈ ਤਾਂ ਇਸ ਵਿੱਚ ਆਪਾਂ ਲਗਭਗ ਕਾਰਬਨ ਬਾਰੇ ਪੜ੍ਹਾਂਗੇ। ਸਾਰੀ ਚੀਜ਼ਾਂ ਆਪਾਂ ਕਾਰਬਨ ਬਾਰੇ ਵਿੱਚ ਰੀਡ ਕਰਨੀਆਂ ਹਨ। ਕਾਰਬਨ ਯੌਗਿਕ ਜਿਹੜੇ ਹੁੰਦੇ ਹੈ ਉਹਨਾਂ ਦਾ ਕੀ ਗੁਣ ਹੁੰਦਾ ਹੈ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਵੇ। ਜਿਹੜੇ ਯੌਗਿਕ ਕਾਰਬਨ ਦੇ ਹੁੰਦੇ ਨੇ ਉਹਨਾਂ ਦੇ ਅਣੂਆਂ ਦੇ ਵਿਚਕਾਰ ਖਿੱਚ ਬਲ ਵਧੇਰੇ ਪ੍ਰਬਲ ਨਹੀਂ ਹੁੰਦਾ ਅਤੇ ਪਿਘਲਾਓ ਅਤੇ ਉਬਾਲ ਦਰਜਾ ਘੱਟ ਹੁੰਦਾ ਹੈ, ਕਿਉਂਕਿ ਜੇਕਰ ਉਹਨਾਂ ਵਿਚਕਾਰ ਖਿੱਚ ਬਲ ਜ਼ਿਆਦਾ ਹੋਏਗਾ ਤਾਂ ਉਹਨਾਂ ਦਾ ਪਿਘਲਾਓ ਅਤੇ ਉਬਾਲ ਦਰਜਾ ਜਿਹੜਾ ਉਹ ਉੱਚਾ ਹੋਏਗਾ। ਬਟ ਇਹ ਵਿਚਕਾਰ ਜਿਹੜਾ ਖਿੱਚ ਬਲ ਪ੍ਰਬਲ ਨਹੀਂ ਹੁੰਦਾ, ਘੱਟ ਹੁੰਦਾ ਹੈ, ਜਿਸ ਕਾਰਨ ਇਸਦਾ ਇਹਨਾਂ ਦਾ ਪਿਘਲਾਓ ਦਰਜਾ ਅਤੇ ਉਬਾਲ ਦਰਜਾ ਘੱਟ ਹੁੰਦਾ ਹੈ। ਦੂਸਰਾ ਹੈ ਬਿਜਲੀ ਦੇ ਜਿਹੜੇ ਜ਼ਿਆਦਾਤਰ ਕੁਚਾਲਕ ਹੁੰਦੇ ਹਨ ਅਤੇ ਆਇਨ ਉਤਪੰਨ ਨਹੀਂ ਹੁੰਦੇ। ਕਾਰਬਨ ਯੌਗਿਕ ਨੂੰ ਅਗਰ ਆਪਾਂ ਉਹਦਾ ਕੋਈ ਘੋਲ ਬਣਾਈਏ, ਕਿਸ ਤਰੀਕੇ ਨਾਲ ਇਹਨੂੰ ਤਿਆਰ ਕਰੀਏ ਨਾ, ਤਾਂ ਉਹਦੇ ਵਿੱਚ ਆਇਨ ਨਹੀਂ ਬਣਦੇ। ਆਇਨ ਦਾ ਕੀ ਮਤਲਬ ਹੁੰਦਾ, ਜਿਵੇਂ NaCl ਹੈ, ਇਹਨੂੰ ਪਾਣੀ ਵਿੱਚ ਜਦੋਂ ਆਪਾਂ ਘੋਲਦੇ ਹਾਂ ਤਾਂ Na ਉੱਪਰ ਜਿਹੜਾ ਹੈ ਪੋਜ਼ੀਟਿਵ ਚਾਰਜ ਆ ਜਾਂਦਾ ਹੈ ਅਤੇ Cl ਉੱਪਰ ਮਾਈਨਸ ਚਾਰਜ ਆ ਜਾਂਦਾ ਹੈ। ਤਾਂ ਇਹ ਆਇਨ ਹੁੰਦੇ, ਇਹ ਇਹਨੂੰ ਧਨਾਇਨ ਅਤੇ ਇਹਨੂੰ ਰਿਣਾਇਨ ਆਪਾਂ ਬੋਲਦੇ ਹੈਗੇ ਆ। ਤਾਂ ਜਿਸ ਕਾਰਨ ਇਹ ਇਲੈਕਟ੍ਰੀਸਿਟੀ ਜਿਹੜੇ ਹੈ ਉਹਦਾ ਸੁਚਾਲਕ ਬਣ ਜਾਂਦਾ ਹੈ। ਵੀ NaCl ਦੇ ਘੋਲ ਵਿੱਚ ਅਗਰ ਬਿਜਲੀ ਲਗਾਈਏ ਤਾਂ ਉਹ ਪਾਸ ਹੋ ਜਾਂਦੀ ਹੈ। ਰੀਜ਼ਨ ਕੀ ਹੈ, ਇਹਨਾਂ ਦਾ ਆਇਨਾਂ ਦਾ ਬਣਨਾ। ਅਤੇ ਜਿਹੜੇ ਕਾਰਬਨ ਯੌਗਿਕ ਹੈਗੇ ਇਹਨਾਂ ਵਿੱਚ ਇਹ ਆਇਨ ਉਤਪੰਨ ਨਹੀਂ ਹੁੰਦੇ, ਇਸੇ ਕਾਰਨ ਇਹ ਜ਼ਿਆਦਾਤਰ ਕੀ ਹੈ ਬਿਜਲੀ ਦੇ ਕੁਚਾਲਕ ਹੁੰਦੇ ਹਨ। ਇੱਕ ਅੱਧੀ ਜਿਹੜੀ ਹੈਗੀ ਆ ਅਪਵਾਦ ਹੈਗੀ ਜਿਹਨਾਂ ਨੂੰ ਛੱਡ ਕੇ ਬਾਕੀ ਸਾਰੇ ਕਾਰਬਨ ਦੇ ਯੌਗਿਕ ਜਿਹੜੇ ਹੈਗੇ ਉਹ ਕੁਚਾਲਕ ਹੁੰਦੇ ਹਨ। ਉਸ ਤੋਂ ਬਾਅਦ ਜਿਹੜਾ ਇਹ ਗੱਲ ਹੈ ਵੀ ਕਾਰਬਨ ਦੀ ਸੰਯੋਜਕਤਾ। ਹੁਣ ਪਿਛਲੇ ਜਿਹੜੇ ਲੈਕਚਰ 'ਚ ਆਪਾਂ ਪੜ੍ਹਿਆ ਸੀ ਸੰਯੋਜਕਤਾ ਕਿਵੇਂ ਕੱਢਦੇ ਹੈਗੇ ਆਪਾਂ। ਕਾਰਬਨ ਹੈ ਪਰਮਾਣੂ ਅੰਕ 6 ਹੈ, ਤਾਂ ਤੁਹਾਨੂੰ ਮੈਂ ਦੱਸਿਆ ਸੀ KLM ਇਹ ਪੱਥ ਹੁੰਦੇ ਹੈ ਜਿਹਨਾਂ ਨੂੰ ਕક્ષਾਵਾਂ ਆਪਾਂ ਬੋਲਦੇ ਹੈਗੇ ਆ ਜਾਂ ਪੱਥ ਬੋਲਦੇ ਹੈਗੇ ਆ। ਪਹਿਲੇ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ ਕਿੰਨੇ ਆ ਸਕਦੇ ਹੈ, 2। ਦੂਸਰੇ 'ਚ ਕਿੰਨੇ ਆ ਸਕਦੇ ਹੈ, 8। ਇਸ ਤਰੀਕੇ ਰਾਹੀਂ 2n² ਫਾਰਮੂਲਾ ਵੀ ਤੁਹਾਨੂੰ ਕਰਾਇਆ ਸੀ, ਅਗਰ ਯਾਦ ਹੋਵੇ ਤਾਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਆ ਜੀ। ਬਾਕੀ ਇਹਦੀ ਕਾਰਬਨ ਦੇ ਲਈ ਤਾਂ ਆਪਾਂ ਨੂੰ ਸਿਰਫ ਇੰਨਾ ਯਾਦ ਰੱਖਣਾ ਹੈ ਵੀ ਇਹਦੀ ਵੈਲੈਂਸੀ ਜਿਹੜੀ ਹੈ ਉਹਦੀ ਜਿਹੜੀ ਸੰਯੋਜਕਤਾ ਹੈ ਉਹ 4 ਹੈ, ਜਾਂ +4 ਹੋਏਗੀ ਜਾਂ -4 ਹੋਏਗੀ। ਬਟ ਇਹ ਪੋਸੀਬਲ ਨਹੀਂ ਹੁੰਦਾ। ਰੀਜ਼ਨ ਕੀ ਹੈ, ਮੰਨ ਲਓ ਸੋਡੀਅਮ ਹੈ, ਸੋਡੀਅਮ ਦੀ ਅਗਰ ਕਿਸੇ ਨੂੰ ਯਾਦ ਹੋਵੇ ਤਾਂ ਕਮੈਂਟ 'ਚ ਦੱਸਣਾ ਮੈਨੂੰ ਇਹਦੀ ਸੰਯੋਜਕਤਾ ਕਿੰਨੀ ਹੁੰਦੀ ਹੈ। ਚਲੋ ਇਹ ਕਰਵਾਉਣਾ ਮੈਂ ਦੱਸ ਹੀ ਦਿੰਦਾ ਤੁਹਾਨੂੰ। ਸੋਡੀਅਮ 11 ਨੰਬਰ 'ਤੇ ਹੈ। ਸੋਡੀਅਮ ਕਿੰਨੇ ਨੰਬਰ 'ਤੇ ਹੈ, 11 ਨੰਬਰ 'ਤੇ। ਤਾਂ ਇਹਦੀ ਅਗਰ ਆਪਾਂ ਗੱਲ ਕਰੀਏ 11 ਨੂੰ ਡਿਵਾਈਡ ਕਰੀਏ, ਪਹਿਲੇ ਪੱਤ 'ਚ K ਵਾਲੇ 'ਚ ਕਿੰਨੇ ਆਉਣਗੇ, 2। ਦੂਸਰੇ 'ਚ ਕਿੰਨੇ ਆਉਣਗੇ, 8। 8 ਤੇ 2 10, ਬਚਿਆ ਕੀ 1। ਹੁਣ ਇਹਦੇ ਕੋਲ ਲਾਸਟ ਦੇ ਜਿਹੜੀ ਕਕਸ਼ਾ ਹੈ, ਲਾਸਟ ਵਾਲਾ ਇਹਦਾ ਪੱਤ ਹੈ, ਉਹਦੇ ਵਿੱਚ ਇੱਕ ਹੀ ਇਲੈਕਟ੍ਰੋਨ ਹੈ। ਇੱਕ ਹੋਣ ਦੇ ਕਾਰਨ ਇਹ ਇਲੈਕਟ੍ਰੋਨ ਦੇ ਸਕਦਾ ਹੈ, ਜਿਸ ਕਾਰਨ ਇਸ 'ਤੇ ਕਿਹੜਾ ਚਾਰਜ ਆ ਜਾਂਦਾ ਹੈ, ਪੋਜ਼ੀਟਿਵ। ਜਦੋਂ ਕੋਈ ਤੱਤ ਜਾਂ ਪਰਮਾਣੂ ਜਿਹੜਾ ਹੈ ਇਲੈਕਟ੍ਰੋਨ ਦਿੰਦਾ ਹੈ ਤਾਂ ਉਹਦੇ ਉੱਤੇ ਧਨ ਚਾਰਜ ਆਉਂਦਾ ਹੈ। ਜਦੋਂ ਕੋਈ ਇਲੈਕਟ੍ਰੋਨ ਜਿਹੜਾ ਹੈ ਉਹ ਗ੍ਰਹਿਣ ਕਰਦਾ ਹੈ ਤਾਂ ਉਹਦੇ ਉੱਤੇ ਨੈਗੇਟਿਵ ਚਾਰਜ ਆਉਂਦਾ ਹੈ। ਜਿਵੇਂ ਕਲੋਰੀਨ ਹੈ, ਕਲੋਰੀਨ 17 ਨੰਬਰ 'ਤੇ ਹੈ। ਪਹਿਲੇ ਪੱਤ 'ਚ 2, ਦੂਸਰੇ 'ਚ 8, ਤੀਸਰੇ 'ਚ ਇੱਥੇ ਕਿੰਨੇ ਆਉਣਗੇ, ਉਹਦੇ 7 ਆਉਣਗੇ, ਕਿਉਂਕਿ 17 ਨੰਬਰ 'ਤੇ ਹੈ। ਤਾਂ ਇਹ ਅਗਰ ਇੱਕ ਇਲੈਕਟ੍ਰੋਨ ਲੈ ਲੈਂਦਾ ਹੈ ਤਾਂ ਉਹਦੇ ਕੋਲ 8 ਪੂਰੇ ਹੋ ਜਾਂਦੇ ਹੈ। ਇਹ ਇਲੈਕਟ੍ਰੋਨ ਇੱਕ ਦੇ ਦਿੰਦਾ ਤਾਂ ਇਹਦੇ ਕੋਲ ਵੀ 8 ਪੂਰੇ ਹੋ ਜਾਂਦੇ ਆ ਲਾਸਟ ਕਕਸ਼ਾ ਦੇ ਵਿੱਚ। ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਕੀ ਹੁੰਦਾ ਹੈ, ਜਿਹੜੀ ਸੰਯੋਜਕਤਾ ਹੈ ਉਸ ਦਾ ਆਪਾਂ ਧਿਆਨ ਰੱਖਣਾ ਹੈ। ਇਲੈਕਟ੍ਰੋਨ ਦੇ ਕੇ ਜਾਂ ਪ੍ਰਾਪਤ ਕਰਕੇ ਜਾਂ ਦੇ ਕੇ ਆਇਨ ਬਣਾ ਦਿੰਦੇ ਹੈ। ਬਟ ਕਾਰਬਨ ਦੇ ਕੇਸ 'ਚ ਕੀ ਹੁੰਦਾ ਹੈ, ਕਾਰਬਨ ਦੀ ਸੰਯੋਜਕਤਾ ਕਿੰਨੀ ਹੈ, 4। ਜਾਂ ਤਾਂ ਇਹ 4 ਇਲੈਕਟ੍ਰੋਨ ਦੇ ਕੇ 2 ਇਲੈਕਟ੍ਰੋਨ ਹੋ ਜਾਣ ਉਹਦੇ ਵਿੱਚ, ਠੀਕ ਹੈ, ਹੀਲੀਅਮ ਦੇ ਬਰਾਬਰ ਜਿਵੇਂ, ਠੀਕ ਹੈ, ਇਹ ਕਿਰਿਆਸ਼ੀਲ ਬਣਨ ਦੇ ਲਈ। ਦੂਸਰਾ ਇਹ ਹੈ ਜਾਂ ਇਹ 4 ਇਲੈਕਟ੍ਰੋਨ ਕੀ ਕਰੇ, ਕਿਸੇ ਤੋਂ ਪ੍ਰਾਪਤ ਕਰ ਲੇ, ਠੀਕ ਹੈ, ਪ੍ਰਾਪਤ ਕਰਕੇ 4 ਤੇ 4 ਕਿੰਨੇ ਇਲੈਕਟ੍ਰੋਨ ਹੋ ਜਾਣ, 8। ਬਟ ਇਹ ਵੀ ਪੋਸੀਬਲ ਨਹੀਂ ਹੈਗਾ ਕਿਉਂਕਿ ਇਹ ਛੋਟਾ ਪਰਮਾਣੂ ਹੈ ਅਤੇ ਹੋਰ 4 ਇਲੈਕਟ੍ਰੋਨ ਨੂੰ ਸਾਹਮਣਾ ਉਹਦੇ ਲਈ ਔਖਾ ਹੈ। ਉਵੇਂ ਅਗਰ 4 ਇਲੈਕਟ੍ਰੋਨ ਛੱਡਣੇ ਵੀ ਇਹਦੇ ਲਈ ਕੀ ਹੈਗੇ ਹੈ, ਔਖੇ ਹੈਗੇ ਹੈ। ਠੀਕ ਹੈ। ਤਾਂ ਇਸ ਲਈ ਕੀ ਕਰਦਾ ਹੈ, ਇੱਕ ਨਵਾਂ ਕਨਸੈਪਟ ਹੈ, ਉਹ ਹੈ ਸੰਯੋਜਕਤਾ। ਜਿਵੇਂ ਆਪਾਂ ਸੋਡੀਅਮ ਅਤੇ ਕਲੋਰੀਨ ਦੀ ਗੱਲ ਕਰਦੇ ਹਾਂ, ਇਹਨਾਂ ਵਿਚਕਾਰ ਜਿਹੜਾ ਬੰਧਨ ਬਣਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਆਇਨਿਕ ਬੰਧਨ। ਠੀਕ ਹੈ। ਅਤੇ ਜਿਹੜੇ ਕਾਰਬਨ ਵਿੱਚ ਜਾਂ ਇਸ ਤਰੀਕੇ ਦੇ ਹੋਰ ਯੌਗਿਕਾਂ ਵਿੱਚ ਆਪਾਂ ਪੜ੍ਹਾਂਗੇ ਜਿਹਦੇ ਵਿੱਚ ਕੀ ਕਰਦੇ ਹੈ, ਉਹ ਸਾਂਝ ਕਰ ਲੈਂਦੇ ਹੈ। ਠੀਕ ਹੈ। ਉਹ ਕਹਿੰਦਾ ਤੇਰੇ ਕੋਲ ਪੂਰੀ ਨਹੀਂ ਹੁੰਦੀ ਤਾਂ ਮੇਰੇ ਕੋਲ ਪੂਰੀ ਨਹੀਂ ਹੁੰਦੀ, ਆਪਾਂ ਕੀ ਕਰਦੇ ਹਾਂ, ਵਿਚਕਾਰ ਰੱਖ ਲੈਂਦੇ ਹਾਂ। ਦੋਵੇਂ ਆਪਾਂ ਕੀ ਕਰ ਲੈਂਦੇ ਹਾਂ, ਉਹਨਾਂ ਜਿਹੜੇ ਇਲੈਕਟ੍ਰੋਨਸ ਹੈਗੇ ਉਹਨੂੰ ਸਾਂਝਾ ਕਰ ਲੈਂਦੇ ਹਾਂ, ਜਿਸ ਕਾਰਨ ਉਹਨੂੰ ਵੀ ਸਟੈਬਿਲਿਟੀ ਮਿਲ ਜੇ ਅਤੇ ਦੂਸਰੇ ਨੂੰ ਵੀ ਸਟੈਬਿਲਿਟੀ ਮਿਲ ਜੇ।
ਉਦਾਹਰਨ ਦੇ ਤੌਰ ਤੇ ਇਹਨਾਂ ਬੰਧਨਾਂ ਨੂੰ ਆਪਾਂ ਸਹਿਸੰਯੋਜਕ ਬੰਧਨ ਬੋਲਦੇ ਆ। ਤਾਂ ਉਦਾਹਰਨ ਦੇ ਤੌਰ ਤੇ ਹਾਈਡਰੋਜਨ H2 ਹੈ। ਹੁਣ ਹਾਈਡਰੋਜਨ ਕਿਹੜੇ ਨੰਬਰ ਤੇ? 1 ਨੰਬਰ ਤੇ। ਇਹਦੇ ਕੋਲ ਕਿੰਨੇ ਇਲੈਕਟ੍ਰੋਨ ਹੈ? 1 ਇਲੈਕਟ੍ਰੋਨ ਹੈ ਇਹਦੇ ਕੋਲ, ਠੀਕ ਹੈ। ਤਾਂ ਹੁਣ ਇਹ ਇਲੈਕਟ੍ਰੋਨ ਕੀ ਕਰੇਗਾ? ਇਹ ਸਾਂਝ ਕਰ ਰਿਹਾ ਇਲੈਕਟ੍ਰੋਨ ਦੀ, ਕਿਉਂਕਿ ਇਹਦੇ ਕੋਲ ਨੇੜੇ ਅਕਿਰਿਆਸ਼ੀਲ ਧਾਤ ਹੀਲੀਅਮ ਹੈ। ਹੀਲੀਅਮ ਦੇ ਵਿੱਚ ਕਿੰਨੇ ਹੁੰਦੇ? 2 ਇਲੈਕਟ੍ਰੋਨ। ਉਹ ਅਕਿਰਿਆਸ਼ੀਲ ਹੈ ਕਿਉਂਕਿ ਕੇ ਪੱਥ 'ਚ ਕਿੰਨੇ ਆ ਸਕਦੇ? 2 ਹੀ ਆ ਸਕਦੇ ਆ। ਉਹਦਾ ਜਿਹੜਾ ਪੱਥ ਵਿੱਚ ਜਿੰਨੇ ਇਲੈਕਟ੍ਰੋਨ ਆ ਸਕਦੇ ਉਹਨੇ ਪੂਰੇ ਹੋ ਗਏ। ਇਟ ਮੀਨਸ ਉਹ ਕੀ ਹੋ ਗਿਆ? ਸਥਾਈ ਹੋ ਗਿਆ, ਠੀਕ ਹੈ। ਤਾਂ ਇਹ ਕੀ ਕਰਦਾ? ਉਹਦੇ ਅਗਰ 2 ਪੂਰੇ ਹੋ ਜਾਣ ਤਾਂ ਇਹ ਕੀ ਬਣ ਜੇ? ਸਥਾਈ। ਇਸ ਲਈ ਕੀ ਕਰਦਾ? ਜਿਹੜੇ ਵਿਚਕਾਰ ਇਹ ਰੱਖੇ ਨਾ ਇਲੈਕਟ੍ਰੋਨ 2 ਪੁਆਇੰਟਸ ਜਿਹੜੇ ਮੈਂ ਲਗਾਏ ਹੈ, ਇਹਨਾਂ ਦੋਵਾਂ ਨੇ ਕੀ ਕਰਤਾ? ਇਹਨਾਂ ਇਲੈਕਟ੍ਰੋਨਾਂ ਨੂੰ ਸਾਂਝਾ ਕਰ ਲਿਆ। ਹੁਣ ਇਸ ਹਾਈਡਰੋਜਨ ਕੋਲ ਵੀ 2 ਹੈਗੇ ਹੈ, ਉਸ ਹਾਈਡਰੋਜਨ ਕੋਲ ਵੀ 2 ਹੈਗੇ ਹੈ। ਤਾਂ ਇਹਨਾਂ ਨੇ ਆਪਸ ਵਿੱਚ ਕੀ ਕਰ ਲਿਆ? ਬੰਧ ਬਣਾ ਲਿਆ, ਇੱਕ ਬੰਧਨ ਬਣਾ ਲਿਆ। ਤਾਂ ਇਸ ਬੰਧਨ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਲਾਈਨ ਦੇ ਦੁਆਰਾ। ਜਿਵੇਂ ਹਾਈਡਰੋਜਨ ਬੰਧਨ ਬਣਾ ਰਹੇ ਹੈਗੇ, ਤਾਂ ਕਿੰਨੇ ਪੇਅਰ ਹੈਗੇ? ਇੱਕ ਪੇਅਰ ਹੈ। ਇੱਕ ਪੇਅਰ ਹੈ ਤਾਂ ਇੱਕ ਲਾਈਨ, ਮਤਲਬ ਇੱਕ ਬੰਧਨ ਹੈ, ਇਕਹਿਰਾ ਬੰਧਨ ਹੈ, ਠੀਕ ਹੈ। ਇਹ ਯਾਦ ਰੱਖਣਾ ਹੈ ਵੀ ਜਦੋਂ ਇੱਕ ਪੇਅਰ ਆਵੇ, ਪੇਅਰ ਦੇ ਹਿਸਾਬ ਨਾਲ ਆਪਾਂ ਕਾਊਂਟ ਕਰਨਾ ਹੈ, ਠੀਕ ਹੈ। ਵੀ ਇੱਕ ਪੇਅਰ ਹੈ ਤਾਂ ਇੱਕ ਬੰਧਨ ਹੈ, ਠੀਕ ਹੈ। 2 ਪੇਅਰ ਆ ਗਏ ਤਾਂ ਦੋਹਰਾ ਬੰਧਨ ਹੈ, 3 ਪੇਅਰ ਆ ਗਏ ਤਾਂ ਤੀਹਰਾ ਬੰਧਨ ਹੈ। ਉਹਦੀ ਐਗਜ਼ਾਮਪਲ ਆਪਾਂ ਦੇਖਦੇ ਹਾਂ ਅੱਗੇ। ਇਹ ਹਾਈਡਰੋਜਨ ਹੈ। ਹੁਣ ਜਦੋਂ ਆਕਸੀਜਨ ਦੀ ਗੱਲ ਕਰੀਏ, ਆਕਸੀਜਨ ਜਿਹੜਾ ਹੈ ਉਸ ਦਾ ਪਰਮਾਣੂ ਅੰਕ ਜਿਹੜਾ ਹੈ ਉਹ 8 ਹੈ। ਉਹਦਾ ਪਰਮਾਣੂ ਜਿਹੜਾ ਅੰਕ ਕਿੰਨਾ ਹੈ? 8। 8 ਨੂੰ ਅਗਰ ਆਪਾਂ ਡਿਵਾਈਡ ਕਰੀਏ ਇਸ ਦਾ ਕਿ L, ਠੀਕ ਹੈ, ਤਾਂ ਪਹਿਲੇ ਵਿੱਚ ਆਪਣੇ ਕੋਲ ਕਿੰਨੇ ਆ ਸਕਦੇ ਹੈ? 2, ਠੀਕ ਹੈ। ਦੂਸਰੇ 'ਚ ਕਿੰਨੇ ਆ ਗਏ? ਇਹਦੇ ਕੋਲ 8 ਹੈ ਤਾਂ ਕਿੰਨੇ ਆਣਗੇ? 6, ਠੀਕ ਹੈ। ਹੁਣ ਇਹਨੂੰ 6 8 ਪੂਰੇ ਕਰਨ ਲਈ ਕਿੰਨੇ ਇਲੈਕਟ੍ਰੋਨ ਦੀ ਜ਼ਰੂਰਤ ਹੈ? 2 ਦੀ। ਕਿੰਨੇ ਦੀ ਜ਼ਰੂਰਤ ਹੈ? 2 ਦੀ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਇਲੈਕਟ੍ਰੋਨ ਜਿਹੜੇ ਦਿਖਾਏ ਆ ਬਾਹਰੀ ਕਕਸ਼ਾ 'ਚ ਦਿਖਾਏ ਆ ਮੈਂ, ਇਹਦੇ ਵਿੱਚ 6 ਹੈਗੇ, ਇਹਦੇ ਵੀ 6 ਹੈਗੇ। ਵੈਸੇ ਕਿੰਨੇ ਹੁੰਦੇ? 8 ਹੁੰਦੇ ਇਹਦੇ। ਹੁਣ 6 ਦੇ ਵਿੱਚ ਇਹਨਾਂ ਨੇ ਕੀ ਕੀਤਾ? 2 ਪੇਅਰ ਨੂੰ ਜਿਹੜਾ ਹੈ ਉਹ ਸਾਂਝਾ ਕਰ ਲਿਆ, ਠੀਕ ਹੈ। 2 ਇਲੈਕਟ੍ਰੋਨ ਇਹਨੇ ਦਿੱਤੇ, 2 ਇਲੈਕਟ੍ਰੋਨ ਇਹਨੇ ਦੇ ਕੇ ਇਹਨਾਂ ਨੂੰ ਕੀ ਕਰ ਲਿਆ? ਆਪਸ 'ਚ ਸਾਂਝਾ। ਤਾਂ ਇਹਦੇ ਅਕੋਰਡਿੰਗ ਦੇਖੋ 2 2 4 ਤੇ 4 8, ਇਹਦੇ 8 ਪੂਰੇ ਹੋ ਗਏ। 2 4 6 ਤੇ 2 8 ਇਹਦੇ ਪੂਰੇ ਹੋ ਗਏ। ਤੇ ਇਹਦੇ ਵਿਚਕਾਰ 2 ਪੇਅਰ ਅਗਰ ਸਾਂਝੇ ਗਏ ਤਾਂ ਕਿੰਨੇ ਜਿਹੜੇ ਆ ਬੰਧਨ ਬਣਨਗੇ? 2। ਤਾਂ ਇਹ ਦੋਹਰਾ ਬੰਧਨ ਹੈ ਆਕਸੀਜਨ ਦੇ ਵਿੱਚ। ਤੇ ਇਸ ਪ੍ਰਕਾਰ O2 ਦਾ ਜਿਹੜਾ ਹੈ ਉਹ ਨਿਰਮਾਣ ਹੁੰਦਾ ਹੈ। ਤੇਰੇ ਬੰਧਨ ਦੀ ਅਗਰ ਆਪਾਂ ਐਗਜ਼ਾਮਪਲ ਲਈਏ ਤਾਂ ਉਹ N2 ਕਰ ਲਈਏ ਆਪਾਂ। N2 ਨਾਈਟ੍ਰੋਜਨ, ਠੀਕ ਹੈ। ਇਹਦਾ ਪਰਮਾਣੂ ਅੰਕ ਕਿੰਨਾ ਹੈ? 7। ਉਵੇਂ K ਵਿੱਚ ਕਿੰਨੇ ਆਣਗੇ? 2, ਠੀਕ ਹੈ। L 'ਚ ਕਿੰਨੇ ਆਣਗੇ? 5। ਤਾਂ ਬਾਹਰਲੇ ਪਾਸੇ ਮੈਂ ਕਿੰਨੇ ਲਗਾਏ? ਇੱਥੇ 5 ਆ ਗਏ ਨਾ। ਤਾਂ ਹੁਣ ਨਾਈਟ੍ਰੋਜਨ ਵਿੱਚ ਕਿੰਨੇ? 5 ਇੱਥੇ, 5 ਇੱਥੇ। ਹੁਣ ਇਹਨੂੰ 8 ਕਰਨ ਦੇ ਲਈ ਕਿੰਨੇ ਇਲੈਕਟ੍ਰੋਨ ਚਾਹੀਦੇ ਹੈ? 3। ਤਾਂ ਇਹਨੇ ਕੀ ਕਰਤਾ? 3 ਪੇਅਰ ਨੂੰ ਆਪਸ 'ਚ ਸਾਂਝਾ ਕਰ ਲਿਆ, ਠੀਕ ਹੈ। 6 ਤੇ 2 8 ਇਹਦੇ ਵਿੱਚ ਵੀ ਪੂਰੇ ਹੋ ਗਏ। 6 ਆ ਤੇ 2 ਬਾਹਰ ਵਾਲੇ, ਇਹਦੇ ਕੋਲ ਵੀ 8 ਪੂਰੇ ਹੋ ਗਏ। ਤਾਂ ਇਹ 3 ਪੇਅਰ ਅਗਰ ਉਸਨੇ ਸਾਂਝੇ ਕੀਤੇ ਆ ਤਾਂ ਇਹਦੇ ਵਿਚਕਾਰ ਕਿਹੜਾ ਬੰਧਨ ਆ ਰਿਹਾ? ਤੇਰਾ ਬੰਧਨ ਆ ਰਿਹਾ ਹੈ, ਠੀਕ ਹੈ। ਟ੍ਰਿਪਲ ਬੌਂਡ ਇਸ ਨੂੰ ਆਪਾਂ ਬੋਲਦੇ ਹਾਂ। ਤਾਂ ਇਹ ਹੈ N2 ਦਾ ਨਿਰਮਾਣ ਹੋ ਗਿਆ ਇਸ ਤਰੀਕੇ ਰਾਹੀਂ। ਤਾਂ ਇਸ ਤਰੀਕੇ ਆਪਾਂ ਤਾਂ ਦੇਖੀਏ ਜਿਵੇਂ ਹਾਈਡਰੋਜਨ ਵਿੱਚ ਇਕਹਿਰਾ ਬੰਧਨ ਹੈ, ਠੀਕ ਹੈ। ਆਕਸੀਜਨ 'ਚ ਦੋਹਰਾ ਬੰਧਨ ਹੈ। ਇਹ ਸਾਰੀਆਂ ਟਾਈਪਸ ਹੈਗੀਆਂ ਸਹਿਸੰਯੋਜਕ ਬੰਧਨ ਦੀਆਂ, ਠੀਕ ਹੈ। 3 ਬੰਧਨ ਤੱਕ ਹੋ ਸਕਦਾ ਹੈ, ਸਿੰਗਲ ਬੌਂਡ, ਡਬਲ ਬੌਂਡ ਐਂਡ ਟ੍ਰਿਪਲ ਬੌਂਡ, ਠੀਕ ਹੈ। ਤੇ ਕਿਉਂ ਬਣਦੇ ਆ ਬੌਂਡ ਇਹ ਤੁਹਾਨੂੰ ਦੱਸ ਚੁੱਕਿਆ ਹੈ ਵੀ ਉਹਨਾਂ ਨੇ ਆਪਦੇ ਲਾਸਟ ਵਾਲਾ ਜਿਹੜਾ ਹੈ ਪੱਥ ਉਹਦੇ ਵਿੱਚ 8 ਇਲੈਕਟ੍ਰੋਨ ਪੂਰੇ ਕਰਨੇ ਹੁੰਦੇ ਹੈ। ਕਿਉਂ ਕਰਨੇ ਹੁੰਦੇ ਹੈ? ਕਿਉਂਕਿ 8 ਇਲੈਕਟ੍ਰੋਨ ਅਗਰ ਕੋਈ ਤੱਤ ਹੈ ਜਾਂ ਕੋਈ ਪਰਮਾਣੂ ਹੈ ਆਪਦੇ ਆਖਰੀ ਪੱਥ 'ਚ 8 ਇਲੈਕਟ੍ਰੋਨ ਪੂਰੇ ਕਰ ਲੈਂਦਾ ਤਾਂ ਉਹ ਸਥਾਈ ਹੋ ਜਾਂਦਾ ਹੈ, ਠੀਕ ਹੈ। ਉਹ ਕੀ ਹੋ ਜਾਂਦਾ ਹੈ? ਸਥਾਈ। ਹੁਣ ਹੈ ਕਾਰਬਨ ਦੇ ਭਿੰਨ ਰੂਪ। ਹੁਣ ਕਾਰਬਨ ਦੇ ਯੌਗਿਕਾਂ ਬਾਰੇ ਪੜ੍ਹ ਰਹੇ ਹਾਂ ਤਾਂ ਇਹ ਛੋਟੀਆਂ ਕਲਾਸਾਂ 'ਚ ਵੀ ਤੁਸੀਂ ਪੜ੍ਹਿਆ ਹੈਗਾ ਕਿ ਕਾਰਬਨ ਦੇ ਭਿੰਨ ਰੂਪਾਂ ਦੀ ਅਗਰ ਆਪਾਂ ਗੱਲ ਕਰੀਏ, ਗ੍ਰੇਫਾਈਟ ਹੈ, ਜਿਵੇਂ ਹੀਰਾ ਹੈ, ਇੱਕ ਫੁਲਰੀਨ। ਇਹ ਯਾਦ ਰੱਖਣਾ ਹੈ ਕਾਰਬਨ ਦੀ 6 ਐਲੀਮੈਂਟ ਮਿਲ ਕੇ ਇੱਕ ਫੁੱਟਬਾਲ ਦੀ ਸੰਰਚਨਾ ਤਿਆਰ ਕਰਦੇ ਹੈਗੇ। ਗ੍ਰੇਫਾਈਟ ਦੇ ਵਿੱਚ ਕੀ ਹੁੰਦਾ ਹੈ? ਜਿਹੜੇ ਪੁਆਇੰਟ ਇੱਥੇ ਦਿਖਾ ਰਿਹਾ ਇਹ ਕਾਰਬਨ ਹੈ ਸਾਰੇ, ਇਹ ਕੀ ਹੈਗੇ? ਕਾਰਬਨ। ਇਸ 'ਚ ਤੇਹਦਾਰ ਜਮਾਵ ਹੁੰਦਾ ਹੈ, ਇੱਕ ਤੇਹ ਦੇ ਉੱਪਰ ਦੂਸਰੀ, ਇਸ ਲਈ ਇਹਨਾਂ ਵਿੱਚ ਚਿਕਨਾਹਟ ਹੁੰਦੀ ਹੈ, ਠੀਕ ਹੈ। ਹੁਣ ਜਿਹੜੀ ਪੈਨਸਿਲ ਤੁਸੀਂ ਦੇਖੋਗੇ, ਪੈਨਸਿਲ ਦਾ ਜਿਹੜਾ ਗੋਟਾ ਹੁੰਦਾ ਹੈ ਨਾ ਬਲੈਕ ਕਲਰ ਦਾ, ਇਹ ਗ੍ਰੇਫਾਈਟ ਹੈ। ਹੀਰਾ ਸਾਰੇ ਜਾਣਦੇ ਹੈਗੇ ਆ। ਤਾਂ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਵੀ ਹੀਰੇ ਦੀ ਰਚਨਾ ਜਿਹੜੀ ਉਹ ਸਖਤ ਹੁੰਦੀ ਹੈ, ਡਾਇਮੰਡ ਜਿਹੜਾ ਹੈ। ਤੇ ਫਲੋਰੀਨ ਜਿਹੜਾ ਹੈਗਾ ਹੈ ਇਹ ਜਿਹੜਾ ਫੁੱਟਬਾਲ ਦੀ ਸੰਰਚਨਾ 'ਚ ਹੁੰਦਾ ਹੈ, ਠੀਕ ਹੈ। ਇਹਦਾ ਆਰਕੀਟੈਕਟ ਜਿਹੜਾ ਹੈਗਾ ਬਕਮਿੰਸਟਰ ਫੁੱਲਰ ਸੀ, ਜਿਸ ਦੇ ਨਾਮ ਤੇ ਇਹਦਾ ਨਾਮ ਕੀ ਹੈ? ਫੁਲਰਿਨ ਪਿਆ ਹੈ, ਫੁੱਲਰ ਦੇ ਕਾਰਨ, ਠੀਕ ਹੈ। ਇਹ ਕਾਰਬਨ ਦਾ ਇੱਕ ਬਹੁ ਰੂਪ ਹੈ, ਠੀਕ ਹੈ। ਤਾਂ ਇਹ ਧਿਆਨ ਰੱਖਣਾ ਹੈ ਫੁਲਰਿਨ ਦੇ ਬਾਰੇ। ਇਹ ਕੁਐਸਚਨ ਦੇ ਵਿੱਚ ਵੀ ਪਿਛਲੇ ਪੇਪਰ ਦੇ ਵਿੱਚ ਆਇਆ ਸੀਗਾ, ਠੀਕ ਹੈ। ਹੁਣ ਹੈ ਕਾਰਬਨ ਦੀ ਬਹੁਮੁਖੀ ਪ੍ਰਕਿਰਤੀ, ਠੀਕ ਹੈ। ਰੀਜ਼ਨ ਕੀ ਹੈ? ਜਿਹੜਾ ਕਾਰਬਨ ਹੈ ਉਹ ਸਭ ਤੋਂ ਜ਼ਿਆਦਾ ਯੌਗਿਕਾਂ ਵਿੱਚ ਮਿਲਦਾ ਹੈਗਾ। ਲਗਭਗ ਇਸ ਦੇ 3 ਮਿਲੀਅਨ ਦੇ ਤਕਰੀਬਨ ਜਿਹੜੇ ਯੌਗਿਕ ਕਾਰਬਨ ਦੇ ਆਪਾਂ ਨੂੰ ਮਿਲਦੇ ਹੈਗੇ ਆ।
ਲੜੀ ਬੰਧਨ ਦਾ ਮਤਲਬ ਹੁੰਦਾ ਹੈ ਇੱਕ ਤੋਂ ਬਾਅਦ ਦੂਸਰਾ ਤੀਸਰਾ ਕਾਰਬਨ ਇਹ ਆਪਸ 'ਚ ਇੱਕ ਲੜੀ 'ਚ ਜੁੜਨਾ। ਜਿਵੇਂ ਬੱਚੇ ਇੱਕ ਲਾਈਨ 'ਚ ਖੜ੍ਹਦੇ ਆ ਨਾ, ਮੰਨ ਲਓ ਇੱਕ ਹਰੇਕ ਨੂੰ ਆਪਾਂ ਇਹ ਕਾਰਬਨ ਮੰਨ ਲਈਏ ਤਾਂ ਉਹ ਆਪਸ 'ਚ ਹੱਥ ਫੜ ਕੇ ਖੜੇ ਹੈਗੇ ਆ ਜਿਵੇਂ, ਤਾਂ ਉਹ ਕੀ ਇੱਕ ਲੜੀ ਦਾ ਨਿਰਮਾਣ ਕਰ ਰਹੇ ਹੈਗੇ। ਠੀਕ ਹੈ, ਹੁਣ ਇਹ ਲੜੀ ਜਿਹੜੀ ਹੈਗੀ ਇਹਦੇ 'ਚ ਇਕੇਰੇ ਬੰਧਨ ਵੀ ਹੋ ਸਕਦੇ ਆ, ਦੋਹਰੇ ਜਾਂ ਤੇਹਰੇ ਬੰਧਨਾਂ ਦਾ ਨਿਰਮਾਣ ਇਹਨਾਂ ਵਿੱਚ ਹੁੰਦਾ ਹੈ। ਠੀਕ ਹੈ, ਜਿਹੜੀ ਲੜੀ ਦਾ ਨਿਰਮਾਣ ਹੋ ਰਿਹਾ ਉਸ 'ਚ ਇਕੇਰੇ ਬੰਧਨ ਮਤਲਬ ਸਿੰਗਲ ਬੌਂਡ ਹੋ ਸਕਦਾ ਹੈ, ਇੱਕ ਪੇਅਰ ਉਹ ਇਲੈਕਟ੍ਰੋਨ ਨੂੰ ਜਿਹੜਾ ਸਾਂਝਾ ਕਰਕੇ ਲੜੀ ਦਾ ਨਿਰਮਾਣ ਕਰ ਸਕਦੇ ਆ, ਦੋ ਦਾ ਨਿਰਮਾਣ ਕਰ ਸਕਦੇ ਜਾਂ ਤਿੰਨ ਵੀ ਕਿੱਥੇ ਹੋ ਸਕਦੇ ਉਹ ਸਾਂਝੇ ਕਿੱਤੇ ਹੋਣ। ਠੀਕ ਹੈ, ਹੁਣ ਇਹ ਸੰਤ੍ਰਿਪਤ ਅਤੇ ਅਸੰਤ੍ਰਿਪਤ ਕਾਰਬਨ ਯੌਗਿਕ। ਸਭ ਤੋਂ ਪਹਿਲਾਂ ਆਪਾਂ ਸੰਤ੍ਰਿਪਤ ਬਾਰੇ ਹੀ ਪੜਾਂਗੇ। ਸੰਤ੍ਰਿਪਤ ਦਾ ਮਤਲਬ ਇਹ ਹੁੰਦਾ ਹੈ ਜਦੋਂ ਉਹਦੇ ਵਿੱਚ ਇਕੇਰੇ ਬੰਧਨ ਹੋਣ, ਸਿੰਗਲ ਬੌਂਡ ਹੋਣ, ਤਾਂ ਉਹ ਕਿਹੜੇ ਯੌਗਿਕ ਹੁੰਦੇ ਆ? ਸੰਤ੍ਰਿਪਤ। ਕਿਹੜੇ ਯੌਗਿਕ ਹੁੰਦੇ ਆ? ਸੰਤ੍ਰਿਪਤ। ਸਭ ਤੋਂ ਜਿਹੜੀ ਸਟਾਰਟਿੰਗ ਸੰਤ੍ਰਿਪਤ ਯੌਗਿਕਾਂ ਦੀ ਹੁੰਦੀ ਹੈ ਉਹ ਮਿਥੇਨ ਦੀ ਰਚਨਾ। ਜਿਹੜੀ ਸਭ ਤੋਂ ਪਹਿਲਾਂ ਕੀ ਹੈ? ਮਿਥੇਨ, ਜਿਹਨੂੰ ਆਪਾਂ ਕੀ ਬੋਲਦੇ ਹਾਂ? CH4। ਤਾਂ ਇਹਦਾ ਜਿਹੜਾ ਸਟਰਕਚਰ ਹੈ ਉਹ ਇਸ ਪ੍ਰਕਾਰ ਦਾ ਹੁੰਦਾ ਹੈ। ਕਾਰਬਨ ਦੀ ਸੰਯੋਜਕਤਾ ਕਿੰਨੀ ਹੈ? 4। ਹਾਈਡਰੋਜਨ ਦੀ ਕਿੰਨੀ ਹੈ? 1, ਕਿਉਂਕਿ ਉਹਦੇ ਕੋਲ ਇੱਕ ਹੀ ਇਲੈਕਟ੍ਰੋਨ ਹੈਗਾ ਹੈ। ਤਾਂ ਜਿੱਥੇ ਬੌਂਡ ਬਣਦੇ ਤੁਸੀਂ 2 ਇਲੈਕਟ੍ਰੋਨ ਮੰਨਦੇ ਹੈਗੇ। ਹਾਈਡਰੋਜਨ ਕੋਲ ਬੌਂਡ ਹੈ ਦੈਟ ਮੀਨਸ ਉਹਦੇ ਕੋਲ 2 ਪੂਰੇ ਹੋ ਗਏ। ਕਾਰਬਨ ਕੋਲ ਡਬਲ ਕਰੀਏ ਤਾਂ 4 ਦੂਣੀ 8, ਕਿਉਂਕਿ ਇੱਕ ਬੌਂਡ ਜਿਹੜਾ ਹੈ ਬਣਾਉਣ ਦੇ ਲਈ, ਠੀਕ ਹੈ, ਜਾਂ ਇੱਕ ਬੰਧਨ ਬਣਾਉਣ ਦੇ ਕਿੰਨੇ ਇਲੈਕਟ੍ਰੋਨ ਚਾਹੀਦੇ ਹੁੰਦੇ ਆ? 2, ਜਿਸ ਨੂੰ ਆਪਾਂ ਇੱਕ ਪੇਅਰ ਬੋਲਦੇ ਹੈਗੇ। ਹੁਣ ਇਹ ਥੱਲੇ ਚਿੱਤਰ ਵੀ ਦਿਖਾਇਆ ਗਿਆ ਤਾਂ ਦੇਖੋ, ਇਹ ਕਾਰਬਨ ਹੈ, ਜਿਹੜੀ ਕਾਂਟਾ ਲਗਾਇਆ ਹੈ ਮੈਂ ਉਹ ਕਾਰਬਨ ਦੇ ਇਲੈਕਟ੍ਰੋਨ ਹੈਗੇ ਹੈ, ਜਿਹੜੀ ਡੋਟ ਲਗਾਈ ਉਹ ਹਾਈਡਰੋਜਨ ਦੇ ਇਲੈਕਟ੍ਰੋਨ ਹੈ। ਤਾਂ ਉਸਨੇ ਚਾਰੇ ਪਾਸੇ ਕੀ ਕੀਤਾ? ਇੱਕ ਪੇਅਰ ਦਾ ਸਾਂਝਾ ਕਰ ਲਿਆ ਇਸਨੂੰ, ਇੱਕ ਇੱਥੇ ਇੱਕ ਇੱਥੇ ਇੱਕ ਇੱਥੇ ਇੱਕ ਇੱਥੇ। ਹੁਣ ਇਹਦੇ ਸਰਕਲ 'ਚ ਦੇਖੀਏ ਤਾਂ ਬਾਹਰ ਇਲੈਕਟ੍ਰੋਨ 1 2 3 4 5 6 7 8 ਪੂਰੇ ਹੈਗੇ। ਹਾਈਡਰੋਜਨ ਦੇ ਕਿੰਨੇ ਹੈਗੇ? 2 ਪੂਰੇ ਹੋ ਗਏ। ਇਟ ਮੀਨਸ ਉਹਨਾਂ ਨੇ ਕੀ ਕਰ ਲਿਆ? ਸਥਾਇਤਵ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ ਆਪਦੇ ਇਲੈਕਟ੍ਰੋਨ ਪੂਰੇ ਕਰਕੇ ਸਹਿਸੰਯੋਜਕ ਬੰਧਨ ਦੇ ਰਾਹੀਂ। ਮੀਥੇਨ ਦਾ ਪ੍ਰਯੋਗ ਕਿੱਥੇ ਕਿੱਥੇ ਹੁੰਦਾ ਹੈ? ਵਧੇਰੇ ਕਰਕੇ ਜਿਹੜਾ ਮੀਥੇਨ ਹੈ ਉਹ ਬਾਲਣ ਦੇ ਰੂਪ ਵਿੱਚ ਆਪਾਂ ਯੂਜ਼ ਕਰਦੇ ਹਾਂ, ਗੈਸੀ ਰੂਪ ਵਿੱਚ ਹੁੰਦਾ ਹੈ। ਇਸ ਨੂੰ ਮਾਰਸ਼ ਗੈਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਦਲਦਲੀਆਂ ਥਾਵਾਂ 'ਤੇ ਬਣਦੀ ਹੈ। ਠੀਕ ਹੈ, ਇਹ ਧਿਆਨ ਰੱਖਣਾ। ਇਹ ਬਹੁਤ ਵਾਰ ਕੁਐਸਚਨ ਹੈ SSC 'ਚ ਅਤੇ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਵੀ ਮਾਰਸ਼ ਗੈਸ ਕਿਹੜੀ ਹੁੰਦੀ ਹੈ। ਤਾਂ ਇਹ ਯਾਦ ਰੱਖਣਾ ਹੈ ਮਿਥੇਨ। ਜਿਹੜੀ ਬਾਇਓਗੈਸ ਹੁੰਦੀ ਹੈ, ਬਾਇਓਗੈਸ ਮਤਲਬ ਗੋਬਰ ਗੈਸ ਜਿਹੜੀ ਹੁੰਦੀ ਹੈ, ਅਤੇ CNG ਕੰਪਰੈਸਡ ਨੈਚੁਰਲ ਗੈਸ ਹੈ, ਉਸ ਦਾ ਮੁੱਖ ਅੰਗ ਹੈ। ਉਹਦੇ ਵਿੱਚ ਕੀ ਹੁੰਦੀ ਹੈ? ਮਿਥੇਨ ਹੁੰਦੀ ਹੈ। LPG ਜਿਹੜੀ ਹੈਗੀ ਯਾਦ ਰੱਖਿਆ ਜੀ, LPG 'ਚ ਬਿਊਟੇਨ ਹੁੰਦੀ ਹੈ, ਨਾ ਕਿ ਮੀਥੇਨ ਹੁੰਦੀ ਹੈ। ਇਹ ਯਾਦ ਰੱਖਣਾ ਹੈ। LPG 'ਚ ਕਿਹੜੀ ਹੁੰਦੀ ਹੈ? ਬਿਊਟੇਨ। ਬਾਕੀ CNG 'ਚ ਕਿਹੜੀ ਹੁੰਦੀ ਹੈ? ਮੀਥੇਨ। ਹੁਣ ਹੈ ਇਥੇਨ ਦੀ ਰਚਨਾ। ਮੀਥੇਨ ਤੋਂ ਬਾਅਦ ਇਥੇਨ। ਹੁਣ ਜਿਵੇਂ ਜਿਵੇਂ ਕਾਰਬਨ ਦੀ ਗਿਣਤੀ ਵੱਧਦੀ ਜਾਂਦੀ ਹੈ, ਜਿਵੇਂ ਇੱਕ ਕਾਰਬਨ ਹੈ ਉਹਨੂੰ ਮੀਥੇਨ, 2 ਕਾਰਬਨ ਹੋਵੇ ਇਥੇਨ, ਤਾਂ ਇਸ ਦੀ ਸੰਰਚਨਾ ਸੇਮ ਹੋਣੀ C2H6 ਹੈ, 2 ਕਾਰਬਨ ਹੈ, ਬਾਕੀ 6 ਇਹਦੇ ਆਕਸੀਜਨ ਆਪਣੇ ਹਾਈਡਰੋਜਨ ਜਿਹੜੇ ਆ ਉਹ ਇਹਦੇ ਨਾਲ ਜੁੜੇ ਹੋਏ ਹੈਗੇ ਨੇ। ਤਾਂ ਇਹ ਸੰਰਚਨਾ ਕਿਸ ਦੀ ਹੈ? ਇਥੇਨ ਦੀ ਹੈ। ਹੁਣ ਵੱਖ-ਵੱਖ ਸੰਰਚਨਾਵਾਂ ਹੈਗੀਆਂ, ਕਿਵੇਂ ਉਹਨਾਂ ਦਾ ਨਾਮਕਰਨ ਆਪਾਂ ਕਰਦੇ ਹੁੰਦੇ ਹਾਂ। ਜਿਵੇਂ ਇੱਕ ਕਾਰਬਨ ਹੋਵੇ ਤਾਂ ਮਿਥੇਨ, 2 ਹੋਣ ਤਾਂ ਇਥੇਨ, 3 ਹੋਣ ਤਾਂ ਪ੍ਰੋਪੇਨ, 4 ਹੋਣ ਤਾਂ ਬਿਊਟੇਨ, ਠੀਕ ਹੈ, 6 ਹੋਣ ਤਾਂ ਪੈਂਟੇਨ, 6 ਹੋਣ ਤਾਂ ਹੈਕਸੇਨ, ਠੀਕ ਹੈ, 7 ਵੀ ਹੁੰਦਾ 7 ਹੈਪਟੇਨ ਬੋਲਦੇ ਹਾਂ, ਠੀਕ ਹੈ, 8 ਹੋ ਜਾਣ ਤਾਂ ਓਕਟੇਨ, 9 ਹੈ ਤਾਂ ਨੋਨੇਨ, ਹੈਕਸੇਨ, ਠੀਕ ਹੈ। ਇਸ ਤਰੀਕੇ ਚੱਲਦਾ ਰਹਿੰਦਾ ਅੱਗੇ, ਬਟ ਆਪਾਂ ਕਿੰਨੇ 6-7 ਯਾਦ ਕਰਨੀ ਹੈ। ਅਤੇ ਇਹਨਾਂ ਦੀ ਸੰਰਚਨਾ ਤੁਸੀਂ ਖੁਦ ਬਣਾ ਕੇ ਦੇਖਣੀ ਹੈ। ਸਿੰਪਲ ਕਾਰਬਨ ਲਿਖਣਾ ਹੈ, ਸਾਰੇ ਬੌਂਡ ਸਿੰਗਲ ਯੂਜ਼ ਕਰਨੀ ਹੈ, ਠੀਕ ਹੈ, ਨਾਲ ਉਸਦੇ ਹਾਈਡਰੋਜਨ ਲਗਾ ਦੇਣਾ ਬਸ ਜਿੱਥੇ ਜਿੱਥੇ। ਬਟ ਇਹ ਧਿਆਨ ਰੱਖਣਾ ਹੈ ਕਾਰਬਨ ਦੇ ਚਾਰੇ ਪਾਸੇ 4 ਆਪਾਂ ਨੂੰ ਬੌਂਡ ਦਿਖਣੇ ਚਾਹੀਦੇ ਹੈ, ਅਤੇ ਹਾਈਡਰੋਜਨ ਦੇ ਲਈ 1 ਬੌਂਡ ਦਿਖਣਾ ਚਾਹੀਦਾ ਹੈ, ਕਿਉਂਕਿ 1 ਬੌਂਡ ਇਜ਼ ਇਕੁਅਲ ਟੂ 1 ਪੇਅਰ ਆਫ ਇਲੈਕਟ੍ਰੋਨ ਹੁੰਦਾ ਹੈ। 2 ਇਲੈਕਟ੍ਰੋਨ ਰਿਪਰੈਜ਼ੈਂਟ ਕਰਦਾ 1 ਬੌਂਡ, ਤਾਂ ਉਹਨੇ 8 ਪੂਰੇ ਕਰਨੇ ਕਾਰਬਨ ਨੇ, ਤਾਂ ਉਹਦੇ ਚਾਰੇ ਪਾਸੇ ਕਿੰਨੇ ਬੌਂਡ ਹੈਗੇ ਆ? 4। ਅਤੇ ਹਾਈਡਰੋਜਨ ਨੇ 2 ਪੂਰੇ ਕਰਨੇ, ਤਾਂ ਉਹਦੇ ਲਈ ਆਸੇ ਪਾਸੇ ਕੀ ਹੈ? 1 ਜਿਹੜਾ ਹੈ ਬੌਂਡ ਤੁਹਾਨੂੰ ਸ਼ੋ ਹੋਏਗਾ। ਤਾਂ ਇਸ ਤੋਂ ਬਾਅਦ ਇਹ ਧਿਆਨ ਰੱਖਣਾ ਹੈ ਹੈਕਸਨ ਦਾ ਮਤਲਬ C6H14 ਹੁੰਦਾ ਹੈ। ਹੁਣ ਇੱਕ ਇਹਨਾਂ ਵਿੱਚ ਇੱਕ ਸੰਤ੍ਰਿਪਤ ਜਿਹੜੇ ਹਾਈਡਰੋਕਾਰਬਨ ਹੁੰਦੇ ਹੈ, ਉਹਨਾਂ 'ਚ ਇੱਕ ਚੀਜ਼ ਯਾਦ ਰੱਖਣ ਵਾਲੀ ਹੈ, ਉਹਨਾਂ ਦਾ ਆਪਸ 'ਚ ਕੀ ਚੀਜ਼ ਹੈ? ਜਿਵੇਂ ਕਾਰਬਨ ਅਤੇ ਹਾਈਡਰੋਜਨ ਦੀ ਗਿਣਤੀ ਇੱਕ ਨਿਸ਼ਚਿਤ ਅਨੁਪਾਤ 'ਚ ਹੁੰਦੀ ਹੈ, ਠੀਕ ਹੈ। ਆਪਾਂ ਕਰਨਾ ਕਿ ਜੇ ਆਪਾਂ ਨੂੰ ਕਾਰਬਨ ਦੀ ਸੰਖਿਆ ਦਿੱਤੀ ਹੋਵੇ ਤਾਂ ਉਸ ਨੂੰ ਡਬਲ ਕਰਕੇ 2 ਐਡ ਕਰਨਾ ਹੈ, ਡਬਲ ਕਰਕੇ 2 ਐਡ ਕਰਨਾ ਹੈ। ਰੀਜ਼ਨ ਕੀ ਹੈ? ਕਿਉਂਕਿ ਦੇਖੋ ਇਸ ਲੜੀ ਵਿੱਚ ਜਿੰਨੇ ਵੀ ਕਾਰਬਨ ਹੈਗੇ ਹੈ, ਦੋਨੇ ਸਾਈਡਾਂ ਵਾਲਿਆਂ ਨੂੰ ਛੱਡ ਕੇ ਬਾਕੀ ਸਾਡੇ ਨਾਲ 2 ਹਾਈਡਰੋਜਨ ਹੈਗੇ ਹੈ, ਸਿਰਫ ਸਾਈਡਾਂ ਵਾਲੇ ਜਿਹੜੇ ਹੈਗੇ ਆਪਣੇ ਕੋਲ ਉਹਦੇ ਨਾਲ ਹੀ 3 ਹਾਈਡਰੋਜਨ ਜੁੜੇ ਹੁੰਦੇ ਹੈ। ਇਸ ਲਈ ਆਪਾਂ ਕੀ ਕਰਦੇ ਹਾਂ, ਜਿੰਨੇ ਕਾਰਬਨ ਹੈਗੇ ਆ, ਜਿਵੇਂ 6 ਕਾਰਬਨ ਹੈ, 6 ਦੂਣੀ 12 ਜਮਾ 2 ਕਿੰਨੇ ਹੋ ਗਏ? 14। ਤਾਂ ਜੇਕਰ 6 ਹੈ ਤਾਂ 6 ਨਾਲ ਕਿੰਨੇ ਹਾਈਡਰੋਜਨ ਆਉਣਗੇ? 14 ਆਉਣਗੇ। ਇਹ ਧਿਆਨ ਆਪਾਂ ਜਿਹੜਾ ਉਹ ਰੱਖਣਾ ਹੈਗਾ। ਇਹ ਕੁਐਸਚਨ ਵੀ ਇਹਦੇ ਵਿੱਚੋਂ ਬਣ ਸਕਦਾ ਹੈ ਆਪਣਾ, ਠੀਕ ਹੈ। ਉਸ ਤੋਂ ਬਾਅਦ ਹੈ ਜਿਵੇਂ ਬਾਕੀਆਂ ਦਾ ਢਾਂਚਾ ਤਾਂ ਸਹੀ ਸੀ। ਹੁਣ ਬਿਊਟੇਨ ਹੈ, C4 ਦਾ ਮਤਲਬ
ਬਿਊਟੇਨ। ਤਾਂ ਬਿਊਟੇਨ ਵਿੱਚ ਸੰਭਾਵੀ ਦੋ ਢਾਂਚੇ ਹੈਗੇ ਹੈ, ਬਾਕੀ ਉਹਨਾਂ ਦਾ ਸੇਮ ਹੈ, ਫਾਰਮੂਲਾ ਦੋਵਾਂ ਦਾ ਸੇਮ ਹੈ। ਜਿਵੇਂ ਸੀ ਇੱਕ ਲੜੀ ਜੀ ਫੋਰਮ 'ਚ ਹੈ, ਇੱਕ ਇੱਥੇ ਸੀ ਦੇ ਨਾਲ ਦੋ ਬਰਾਬਰ 'ਚ ਜੁੜੀ ਹੈ ਪੈਰਲਲ 'ਚ, ਠੀਕ ਹੈ। ਤਾਂ ਇਹਨੂੰ ਬੋਲਦੇ ਆਪਾਂ ਬਣਤਰੀ ਸਮਅੰਗਕ, ਇਹਨਾਂ ਨੂੰ ਕੀ ਬੋਲਦੇ ਆਪਾਂ, ਬਣਤਰੀ ਸਮਅੰਗਕ। ਇਹ ਬਿਊਟੇਨ ਤੋਂ ਹੀ ਸ਼ੁਰੂ ਹੁੰਦੀ ਹੈ, ਪ੍ਰੋਪੇਨ ਤੱਕ ਤਾਂ ਲੜੀ ਹੀ ਸ਼ੋ ਹੁੰਦੀ ਹੈ, ਠੀਕ ਹੈ। ਬਿਊਟੇਨ ਤੋਂ ਬਾਅਦ ਜਿੰਨੇ ਵੀ ਸਾਰੇ ਆਉਂਦੇ ਹੈ ਉਹਨਾਂ ਸਾਰਿਆਂ 'ਚ ਆਪਾਂ ਨੂੰ ਇਹ ਲੜੀ ਦਿਖਣ ਨੂੰ ਮਿਲ ਸਕਦੀ ਹੈ। ਲੜੀਆਂ ਜਿਹੜੀਆਂ ਹੈਗੀਆਂ ਉਹ ਡਿਵੀਜ਼ਨ ਉਹਨਾਂ 'ਚ ਹੋ ਸਕਦੀ ਹੈ। ਪ੍ਰੋਪੇਨ ਤੱਕ ਤਾਂ ਸਿੰਪਲ ਇੱਕੋ ਹੀ ਲੜੀ 'ਚ ਹੋਣਗੇ, ਜਿਵੇਂ ਮਰਜ਼ੀ ਜੋੜ ਲਓ, ਇੱਕੋ ਲੜੀ 'ਚ ਆਪਾਂ ਨੂੰ ਸ਼ੋ ਹੋਣਗੇ 3 ਕਾਰਬਨ ਤੱਕ। ਬਟ ਉਸ ਤੋਂ ਅੱਗੇ ਜਿਹੜੇ ਕਾਰਬਨ ਵੱਧਦੇ ਜਾਂਦੇ ਆ, 4 ਕਰੀਏ ਜਾਂ 5 ਕਰੀਏ, ਤਾਂ ਉਹ ਜਿਹੜਾ ਹੈ ਆਪਣੇ ਕੋਲ ਉਹ ਲੜੀ ਜਿਹੜੀ ਹੈ 2 ਹਿੱਸਿਆਂ 'ਚ ਵੰਡੀ ਹੋਈ ਆਪਾਂ ਨੂੰ ਮਿਲ ਸਕਦੀ ਹੈ। ਇਹ ਹਾਈਡਰੋਜਨ ਦੀ ਸੰਖਿਆ ਯਾਦ ਰੱਖਣਾ ਹੈ, ਅਗਰ ਆਪਾਂ ਕਰਨੀ ਹੋਵੇ 2 ਗੁਣਾ ਕਾਰਬਨ ਪਰਮਾਣੂਆਂ ਦੀ ਸੰਖਿਆ ਜਮਾ 2, ਠੀਕ ਹੈ। ਜਿਵੇਂ ਪੈਂਟਨ ਵਿੱਚ 5 ਆਪਣੇ ਕੋਲ ਕਾਰਬਨ ਹੁੰਦੇ ਆ, ਤਾਂ ਹਾਈਡਰੋਜਨ ਕਿੰਨੇ ਹੋਣਗੇ ਪੈਂਟਨ 'ਚ, 5 ਗੁਣਾ 2 ਜਮਾ 2, 10 ਤੇ 2 12। ਤਾਂ ਇਹਦਾ ਫਾਰਮੂਲਾ ਕੀ ਹੋਏਗਾ, C5H12, ਠੀਕ ਹੈ। ਹੁਣ ਇਹ ਜ਼ਰੂਰੀ ਨਹੀਂ ਵੀ ਇੱਕੋ ਲੜੀ 'ਚ ਜਿਵੇਂ ਸੀ ਐਵੇਂ ਜੁੜੇ ਹੋਏ ਹੋਣ, ਇਹ ਇੱਕ ਜਿਹੜਾ ਹੈ ਛੱਲੇ ਜਾਂ ਸਰਕਲ ਦੇ ਰੂਪ ਵਿੱਚ ਵੀ ਜੁੜ ਸਕਦੇ ਹੈ। ਜਿਵੇਂ ਬੱਚੇ ਇੱਕ ਤਾਂ ਇੱਕ ਲੰਬੀ ਲਾਈਨ 'ਚ ਖੜੇ ਹੈ, ਇੱਕ ਆਪਾਂ ਗਰਾਊਂਡ 'ਚ ਖੜੇ ਕਰਦੀ ਹੱਥ ਫੜ ਕੇ ਰਾਊਂਡ ਸਰਕਲ ਬਣਾਓ ਤੁਸੀਂ, ਠੀਕ ਹੈ। ਤਾਂ ਕਾਰਬਨ ਦੀ ਲੜੀ ਐਵੇਂ ਵੀ ਆਪਾਂ ਨੂੰ ਜਿਹੜੀ ਉਹ ਮਿਲ ਸਕਦੀ ਹੈ। ਹੁਣ ਜਿਵੇਂ ਇਹ ਹੈ C6H12, ਜੇਕਰ ਲੜੀਦਾਰ ਸੰਰਚਨਾ ਹੈਗੀ ਹੈ ਜਿਹੜੀ ਕਿ ਛੱਲੇ ਦੇ ਰੂਪ ਵਿੱਚ ਹੈ ਜਾਂ ਸਰਕੂਲਰ ਫਾਰਮ ਦੇ ਵਿੱਚ ਹੈ, ਤਾਂ ਇਹ ਯਾਦ ਰੱਖਣਾ ਹੈ ਵੀ ਹਰੇਕ ਕਾਰਬਨ ਦੇ ਨਾਲ 2 ਹੀ ਹਾਈਡਰੋਜਨ ਜੁੜਨਗੇ। ਤਾਂ ਜੇਕਰ ਕਾਰਬਨ ਦੀ ਸੰਖਿਆ 6 ਹੈ ਤਾਂ ਹਾਈਡਰੋਜਨ ਦੀ ਸੰਖਿਆ ਡਬਲ ਹੋਏਗੀ, ਸਿੰਪਲ ਕਿੰਨੀ ਹੋਏਗੀ, ਡਬਲ। ਜੇਕਰ ਉਹ ਲੜੀ 'ਚ ਹੈ ਫਿਰ ਡਬਲ ਜਮਾ 2, ਠੀਕ ਹੈ। ਤੇ ਜੇਕਰ ਉਹ ਕੀ ਹੈ ਆਪਣੇ ਕੋਲ ਇੱਕ ਸਰਕਲ ਦੀ ਫਾਰਮ 'ਚ ਹੈ ਜਾਂ ਛੱਲੇ ਦੀ ਫਾਰਮ 'ਚ ਹੈ, ਤਾਂ ਉਹ ਹੋਏਗਾ ਗੁਣਾ ਕਰਨਾ ਹੈ 2 ਨਾਲ, ਸਿੰਪਲ ਆਪਾਂ ਜਿੰਨੇ ਕਾਰਬਨ ਹੋਣਗੇ ਉਸ ਤੋਂ ਡਬਲ ਕਿੰਨੇ ਹੋਣਗੇ, ਹਾਈਡਰੋਜਨ ਹੋਣਗੇ। ਜਿਵੇਂ ਇੱਕ ਸੰਰਚਨਾ ਦਿਖਾਈ ਗਈ ਹੈ ਆਪਣੇ ਕੋਲ, ਠੀਕ ਹੈ, 6 ਕਾਰਬਨ ਹੈਗੇ, ਇਹਦੇ ਨਾਲ 2 ਹਾਈਡਰੋਜਨ ਜੁੜੇ ਹੈਗੇ, ਤਾਂ C6H12। ਅੱਗੇ ਸੰਤ੍ਰਿਪਤ, ਇਹ ਯਾਦ ਰੱਖਣਾ ਹੈ, ਸੰਤ੍ਰਿਪਤ ਹੁੰਦੇ ਜਿਸ 'ਚ ਸਿੰਗਲ ਬੌਂਡ ਹੁੰਦਾ ਹੈ ਉਹ ਸੰਤ੍ਰਿਪਤ ਹੈ, ਡਬਲ ਬੌਂਡ ਜਾਂ ਟ੍ਰਿਪਲ ਬੌਂਡ ਹੋਣ ਤਾਂ ਉਹ ਕੀ ਹੁੰਦਾ ਹੈ, ਅਸੰਤ੍ਰਿਪਤ ਹੁੰਦਾ ਹੈ। ਇੱਕ ਬੈਂਜੀਨ ਹੁੰਦੀ ਹੈ, ਨਾਮ ਆ ਜਾਂਦਾ ਬੈਂਜੀਨ ਦਾ ਸੂਤਰ ਲਿਖੋ, ਤਾਂ ਬੈਂਜੀਨ ਦਾ ਸੂਤਰ ਯਾਦ ਰੱਖਣਾ C6H6। ਇਹਦੇ ਨਾਲ ਜਿੰਨੇ ਕਾਰਬਨ ਹੈ ਉਨੇ ਹੀ ਹਾਈਡਰੋਜਨ ਹੁੰਦੇ ਹੈ, ਬਟ ਰੀਜ਼ਨ ਕੇਸ 'ਚ ਡਬਲ ਬੌਂਡ ਹੁੰਦੇ ਹੈ, ਠੀਕ ਹੈ। ਇੱਕ ਛੱਡ ਕੇ ਡਬਲ ਬੌਂਡ ਹੁੰਦਾ ਹੈ। ਇਸ ਨੂੰ ਇਸ ਸਟਰਕਚਰ ਨਾਲ ਵੀ ਆਪਾਂ ਸ਼ੋਅ ਕਰ ਸਕਦੇ। ਰਾਊਂਡ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਅੰਦਰ ਵਾਲੇ ਜਿਹੜੀ ਡਬਲ ਬੌਂਡ ਹੈ ਉਹ ਘੁੰਮ ਸਕਦੇ, ਜ਼ਰੂਰੀ ਨਹੀਂ ਇੱਥੇ ਆ ਤਾਂ ਇੱਥੇ ਵੀ ਆ ਸਕਦਾ ਹੈ, ਆ ਇੱਥੇ ਆ ਸਕਦਾ, ਇੱਥੇ ਆ ਸਕਦਾ, ਠੀਕ ਹੈ। ਮਤਲਬ ਇੱਕ ਛੱਡ ਕੇ ਆਪਾਂ ਬੌਂਡ ਲਗਾਉਣਾ ਹੁੰਦਾ ਹੈ। ਤਾਂ ਇਹ ਆਪਣੇ ਕੋਲ ਕੀ ਹੈ, ਬੈਂਜੀਨ ਰਿੰਗ, ਇਸ ਨੂੰ ਕੀ ਬੋਲਦੇ ਆਪਾਂ, ਬੈਂਜੀਨ ਰਿੰਗ, ਠੀਕ ਹੈ। ਤੇ ਇਹਦਾ ਸੂਤਰ ਕੀ ਹੈ, C6H6। ਤੇ ਇਹਦੀ ਬਣਤਰ ਆਪਾਂ ਥੱਲੇ ਦੇ ਦਿਖਾਈ ਗਈ ਹੈ ਤੁਹਾਨੂੰ। ਹਰੇਕ ਕਾਰਬਨ ਨਾਲ ਜਿਹੜਾ ਹੈਗਾ ਹੈ ਇੱਕ ਡਬਲ ਬੌਂਡ ਹੋਏਗਾ, ਇੱਕ ਦੂਸਰੇ ਕਾਰਬਨ ਨਾਲ ਸਿੰਗਲ ਬੌਂਡ ਹੋਏਗਾ, ਤੇ ਇੱਕ ਹਾਈਡਰੋਜਨ ਨਾਲ ਜਿਹੜਾ ਹੈ ਇਹਦਾ ਬੌਂਡ ਹੈ ਉਹ ਹੋਏਗਾ। ਹੁਣ ਹੈ ਕਾਰਬਨ ਯੌਗਿਕਾਂ ਵਿੱਚ ਕੁਝ ਕਿਰਿਆਤਮਕ ਸਮੂਹ, ਠੀਕ ਹੈ। ਜਿਵੇਂ ਕਲੋਰੋ ਤੇ ਬ੍ਰੋਮੀਨ ਹੈਲੋ ਬੋਲਦੇ ਇਹਨੂੰ, ਠੀਕ ਹੈ, ਕਲੋਰੋ ਬ੍ਰੋਮੋ ClBr, ਐਲਕੋਹਲ ਲਈ OH ਹੈ, ਐਲਡੀਹਾਈਡ CHO, ਠੀਕ ਹੈ। ਕੀਟੋਨ ਜਿਹੜਾ ਫੰਕਸ਼ਨਲ ਗਰੁੱਪ ਹੈ ਉਹਨੂੰ ਬੋਲਦੇ ਆ CO, ਠੀਕ ਹੈ, ਡਬਲ ਬੌਂਡ CO। ਤੇ ਕਾਰਬੋਕਸਿਲਿਕ ਜਿਹੜਾ ਤੇਜ਼ਾਬ ਹੈ COOH ਹੁੰਦਾ ਹੈ, ਠੀਕ ਹੈ। ਕਾਰਬੋਕਸਿਲਿਕ ਐਸਿਡ ਵੀ ਬੋਲਦੇ ਹਾਂ ਆਪਾਂ ਇਹਨੂੰ, ਠੀਕ ਹੈ। ਇਹ ਫੰਕਸ਼ਨਲ ਗਰੁੱਪ ਹੁੰਦੇ, ਕਿਰਿਆਤਮਕ ਸਮੂਹ ਬੋਲਦੇ ਇਹਨਾਂ ਨੂੰ ਆਪਾਂ। ਇਹਨਾਂ ਨੂੰ ਕੀ ਬੋਲਦੇ ਹਾਂ ਆਪਾਂ, ਕਿਰਿਆਤਮਕ ਸਮੂਹ। ਇਹ ਇੰਨੇ ਯਾਦ ਰੱਖਣੇ ਆਪਾਂ। ਹੈਲੋਜਨਸ ਹੋ ਸਕਦੇ ਹੈ ਜਿਵੇਂ ਕਲੋਰੀਨ ਬ੍ਰੋਮੀਨ, ਠੀਕ ਹੈ। ਐਲਕੋਹਲ ਯਾਦ ਰੱਖਣਾ ਹੈ OH, ਠੀਕ ਹੈ। ਐਲਡੀਹਾਈਡ CHO ਯਾਦ ਰੱਖਣਾ ਹੈ, ਸਿੰਗਲ ਬੌਂਡ ਤੋਂ ਅੱਗੇ ਸ਼ੁਰੂ ਕਰਨਾ ਇਸ ਨੂੰ। ਜਿਵੇਂ ਆਹ ਵਾਲਾ CHO ਹੈ, ਇਸ ਦੀ ਸਟਰਕਚਰ ਕੀ ਹੋਏਗੀ, C ਦੇ ਨਾਲ ਇੱਥੇ ਕੋਈ ਚੀਜ਼ ਆਪਾਂ ਜੋੜ ਸਕਦੇ ਹਾਂ, ਠੀਕ ਹੈ। ਡਬਲ ਬੌਂਡ ਇਹਦੇ ਨਾਲ O ਹੁੰਦਾ ਉੱਪਰ, ਨਾਲ ਇਹਦੇ ਇੱਕ ਬੌਂਡ H ਦਾ ਹੁੰਦਾ ਹੈ, ਠੀਕ ਹੈ। ਤਾਂ ਇਸ ਦਾ ਇਹਦੇ ਰੂਪ ਹੁੰਦਾ ਆਪਣੀ ਕੋਲ, ਠੀਕ ਹੈ। ਤਾਂ ਇਸੇ ਤਰੀਕੇ ਨਾਲ ਜਿਵੇਂ ਕੀਟੋਨ ਹੈ ਤਾਂ ਕੀਟੋਨ ਦਾ ਹਾਈਡਰੋਜਨ ਹਟਾ ਦਿਓ ਤੁਸੀਂ, ਤਾਂ ਇਹ ਕੀਟੋਨ ਦੀ ਸੰਰਚਨਾ ਬਣ ਗਈ। ਉਵੇਂ ਕਾਰਬੋਕਸਿਲਿਕ ਜਿਹੜਾ ਤੇਜ਼ਾਬ ਹੈ ਉਹ ਵਾਲਾ ਹੈ ਆਪਣੇ ਕੋਲ, ਇਹਦੇ ਹਾਈਡਰੋਜਨ ਨਹੀਂ, ਇਹਦੇ ਨਾਲ OH ਜੁੜਿਆ ਹੁੰਦਾ ਹੈ। ਜਿਵੇਂ CHO 'ਚ ਹੈ ਨਾ, ਤਾਂ ਇੱਥੇ ਹਾਈਡਰੋਜਨ ਜੁੜਿਆ, ਇੱਥੇ ਅਗਰ ਮੈਂ O ਜੋੜ ਦਿਆਂ ਨਾਲ O ਕਰ ਦਿਆਂ ਤਾਂ ਆਹ ਕੀ ਕਿਹੜਾ ਗਰੁੱਪ ਬਣ ਗਿਆ, ਕਾਰਬੋਕਸਿਲਿਕ ਤੇਜ਼ਾਬ ਬਣ ਗਿਆ, ਠੀਕ ਹੈ। ਇੱਕ ਆਕਸੀਜਨ ਜਿਹੜਾ ਹੈ ਨਵਾਂ ਐਡ ਕਰਨਾ ਵਿੱਚ ਆਪਾਂ ਇਹਦੇ। ਹੁਣ ਸਮਝਾਤੀ ਲੜੀ ਕੀ ਹੈ, ਇੱਕ ਹੀ ਕਿਰਿਆਸ਼ੀਲ ਸਮੂਹ ਦੀਆਂ ਲੜੀਆਂ, ਵੀ ਇੱਕੋ ਆਪਾਂ ਜਿਹੜਾ ਹੈ ਕਿਰਿਆਤਮਕ ਸਮੂਹ ਜੋੜਦੀ ਹੈ ਨਾ, ਜਿਵੇਂ OH ਹੈ, ਠੀਕ ਹੈ, ਮੈਥੇਨੋਲ ਹੈ, ਇਥੇਨੋਲ ਹੈ, ਤਾਂ ਇਹ ਸਾਰੇ ਆਪਣੇ ਕੋਲ ਕੀ ਹੈਗੇ, ਆਪਣੇ ਕੋਲ ਇਹ ਸਮਝਾਤੀ ਲੜੀ ਹੈ, ਕਿਉਂਕਿ ਐਲਕੋਹਲ ਨਾਲ ਜੁੜਿਆ ਹੈ, OH ਨਾਲ ਇਹਨਾਂ ਦੇ ਜੁੜਿਆ ਹੈਗਾ ਹੈ। ਕਾਰਬਨ ਯੌਗਿਕਾਂ ਦਾ ਨਾਮਕਰਨ ਆਪਾਂ ਕਿਵੇਂ ਕਰਦੇ ਹਾਂ, ਜੇਕਰ ਸਿੰਗਲ ਬੌਂਡ ਹੋਵੇ ਤਾਂ ਪਿੱਛੇ ਐਨ ਲਗਾਉਣਾ ਹੁੰਦਾ ਹੈ, ਡਬਲ ਬੌਂਡ ਹੋਵੇ ਤਾਂ ਈਨ, ਤੇ ਟ੍ਰਿਪਲ ਬੌਂਡ ਹੋਵੇ ਤਾਂ ਆਇਨ।
ठीक है। सिंगल बॉन्ड होवे तो एन, डबल बॉन्ड होवे तो इन, ट्रिपल बॉन्ड होवे तो आइन। किस तरीके रहे देखो, अपने को मान लो C2H6 है, ठीक है। हुण इहदी रचना आप पढ़ चुके हैं कि है किसी नूं याद है, तो खुद बना के देखो नूं नाल दी नाल की तुहानूं याद हो रहा नाल दी नाल, इहनूं नाल नाल करके देखना है तुसीं। ये मैथ दे सवाल जिवें करदे उहदी तरह ही है, ठीक है। बट इहनूं सही तरीके नाल करोगे तो समझ आएगा, नहीं तो ये समझ नहीं आना तुहानूं भी चीज़ की हैगी है, क्योंकि इन्होंने करके देखोगे तो ही इत्थे हाइड्रोजन जोड़ता, एक इत्थे, एक इत्थे, एक इत्थे हाइड्रोजन जोड़ता, ठीक है, एक इत्थे जोड़ता तो एक इत्थे जोड़ता, ठीक है। हुण सारे पासे तीन तीन हाइड्रोजन दोनों पासे इत्थे हैगे तो कार्बन हैगे। जे मैं एक एक हाइड्रोजन दोवां दे हटा दियां इत्थों, की करा एक एक हाइड्रोजन हटा दियां, ठीक है। जेकर मैं हाइड्रोजन हटाना तो हुण इहदे कोल किन्ने रह गए, तीन बॉन्ड, इहदे भी तीन बॉन्ड, तो चार बॉन्ड करने आपां नूं इत्थे की होएगा डबल बॉन्ड। हुण इत्थे डबल बॉन्ड आ गया तो उपर वाला आपां नूं की बोलांगे इथेन, की बोलांगे इथेन। पर डबल बॉन्ड हुंदे ही कार्बन किन्ने दो, नाम ये याद रखना है। जेकर सिंगल कार्बन होवे सी, जिथे सी दे गया आप इट मीनस उन्होंने मिथे, मिथे लगाना है। हुण एन लगाना है, ईन लगाना है या आइन लगाना है, वो बॉन्ड ते डिपेंड करता है। बट मिथेन च इन्ना नहीं होंदा, इथेन तो शुरू होंदा है काम डबल बॉन्ड का, ठीक है। हुण इथेन है C2H6 है, ठीक है। हुण C2H6 है तो हुण H किन्ने रह गए इत्थे C2H4, ठीक है। हाइड्रोजन मतलब डबल बॉन्ड आ गया विचकार उहदे, तो डबल बॉन्ड जदों आ गया तो हाइड्रोजन की संख्या जी घटती जाएगी। तो डबल बॉन्ड अगर अपने को है तो आप उसनूं की बोलते हैं, आप एथीन बोलांगे, इसनूं एथेन नहीं बोलांगे, इसनूं की बोलांगे एथीन। ईन मतलब पिछे आप ईन लगाना है, ठीक है। जे इत्थे ट्रिपल बॉन्ड कर दिए, एक हाइड्रोजन होर हटा दिए तो वह की बन जाएगा एथाइन, वो की बन जाएगा एथाइन। समझ आई गल। जेकर डबल बॉन्ड है तो नाम दे अगे की लगाना है, जिवें प्रोपेन है, ठीक है। प्रोपेन दे विच जगह सारे सिंगल बॉन्ड उन्होंने प्रोपेन बोलांगे, एन मतलब पिछे आवाज़ किस दी आएगी, एन दी। वो हटा के कोई हाइड्रोजन आप डबल बॉन्ड लगा दी कितने तो उसनूं आप प्रोपीन बोलांगे, उसनूं की बोलांगे प्रोपीन। तो जेकर आप कितने ट्रिपल बॉन्ड लगा दिए तो वह बन जाएगा प्रोपाइन, वो की बन जाएगा प्रोपाइन, ठीक है। हाइड्रोजन की संख्या जी घटती जाएगी। हुण इस तो बाद है नामकरण जिहड़ा आपां किवें करदे हन उहदे बारे इहदे विच आया है। हैलोजन है, जिवें अगेतर लगाना है आपां क्लोरो या ब्रोमो, जिवें ये वाले च कार्बन गिनो किन्नी है, क्लोरीन वाला कार्बन नहीं गिनना, Cl एक ही है, एक क्लोरीन है, ये हैलोजन है, ठीक है। तीन कार्बन है, तीन कार्बन है तो आप नाम की लाँगे प्रोपे, ठीक है। याद रखना है कि याद पहले एक कार्बन है तो मिथे, दो कार्बन है तो इथे, प्रोपे, ठीक है। किन्ने कार्बन है अपने को, तीन, चार हुण तो ब्यूटे, पंज हुए तो पेंटेन, ठीक है। तो वो पिछे आप लगाना, अगे की लगाना, वो डिपेंड करता है। हुण जिवें इहदे विच क्लोरो जुड़िया है, इनू बोलांगे क्लोरो, बॉन्ड सारे किहड़े है सिंगल, तो क्लोरो प्रोपेन, पिछे नाल की लगा रहे हैं एन की आवाज़ आ रही है, क्लोरो प्रोपेन, ठीक है। जिवें Br लगाता तो ब्रोमो प्रोपेन। हुण ये याद रखना है, जेकर एल्कोहल जुड़िया है, एल्कोहल मतलब OH ग्रुप जुड़िया है, नाल किहड़ा ग्रुप जुड़िया है, OH, तो वह पिछे आवाज़ ओल दी देगा, किस दी आवाज़ आएगी, ओल दी। याद रखना किस दी आवाज़ आएगी, ओल दी। किवें तीन कार्बन है, ठीक है। इट मीनस की हो गया प्रोपेन, तो हो गया, प्रोपेन हो गया ना, सिंगल बॉन्ड है सारे, तो प्रोपेनॉल पिछे आवाज़ की आएगी, प्रोपेन तो है, नाल की है एल्कोहल जुड़िया है तो प्रोपेनॉल। ये अगे आवाज़ आनी है जेकर आप एल्डिहाइड ग्रुप जोड़ दिए नाल, एक ग्रुप किहड़ा जोड़ता आप एल्डिहाइड, बट कार्बन इहदा विच काउंट करना है, आप इनू बोलांगे प्रोपेनल, इनू की बोलांगे प्रोपेनल। तो जेकर कीटोन ग्रुप जुड़िया होवे इस तरीके नाल, C डबल बॉन्ड O नाल जुड़िया है, इनू प्रोपेनोन बोलांगे, ओन आवाज़ आ रही है ना पिछे, प्रोपेनोन, ठीक है। जेकर आ लग जे अपने को कार्बोक्सिलिक एसिड COOH आ वाला ग्रुप नाल जुड़ जे, ठीक है, तो उसनूं बोलांगे आपां ऑइक एसिड लगेगा पिछे। जिवें प्रोपेन तो है प्रोपेनोइक एसिड, ठीक है, प्रोपेनोइक एसिड, प्रोपेन तो है ही पर पिछे ऐड की करना, नोइक एसिड ऐड करना है आपां, तो प्रोपेनोइक एसिड। जेकर दोहरा बंधन होवे तो आपां की यूज़ करना होंदा है, दस ही चुक्या ईन, तो एक ही बन गया प्रोपीन, क्योंकि इत्थे किहड़ा रहा दोहरा बंधन, इत्थे ट्रिपल बॉन्ड आ गया तो एक ही बन गया प्रोपाइन, की बन गया प्रोपाइन, प्रोपीन ते प्रोपाइन।
ਤੇ ਜੇਕਰ ਸਾਰੇ ਸਿੰਗਲ ਬੌਂਡ ਹੋਣ ਤਾਂ ਕੀ ਹੋਏਗਾ? ਪ੍ਰੋਪੇਨ। ਸਾਰੇ ਸਿੰਗਲ ਬੌਂਡ ਹੋਣ ਤਾਂ ਕੀ ਹੋਏਗਾ? ਪ੍ਰੋਪੇਨ। ਠੀਕ ਹੈ। ਹੁਣ ਇਹਦੇ ਵਿੱਚ ਦੇਖੋ ਕਾਰਬਨ ਯੌਗਿਕਾਂ ਦੇ ਰਸਾਇਣਿਕ ਗੁਣ, ਇਹ ਅਪਲਾਈਡ ਪਾਰਟ ਹੈ, ਥੋੜਾ ਆਪਾਂ ਨੂੰ ਇਸ ਬਾਰੇ ਆਈਡੀਆ ਹੋਣਾ ਚਾਹੀਦਾ ਹੈ। ਜਦੋਂ ਜਿਹੜੇ ਕਾਰਬਨ ਦੇ ਯੌਗਿਕ ਹੈ ਇਹਨਾਂ ਨੂੰ ਜਲਾਇਆ ਜਾਂਦਾ ਹੈ, ਹੁਣ ਆਪਾਂ ਪੜ੍ਹ ਚੁੱਕੇ ਹਾਂ ਨਾ ਕਿ ਵੀ ਦਲਦਲੀਆਂ ਗੈਸਾਂ 'ਚ ਮੀਥੇਨ ਹੈ ਉਹ CNG 'ਚ ਹੁੰਦੀ ਹੈ। ਇਟ ਮੀਨਸ ਇਹ ਜਵਲਨਸ਼ੀਲ ਹੈਗੀਆਂ ਗੈਸਾਂ ਸਾਰੀਆਂ ਜਿਹੜੀ ਇਸ ਤੋਂ ਬਣਦੀਆਂ ਹੈਗੀਆਂ, ਜਾਂ ਬਿਊਟੇਨ ਆਪਾਂ LPG 'ਚ ਦੇਖਦੇ ਹਾਂ, ਤਾਂ ਇਹ ਆਪਾਂ ਧਿਆਨ ਰੱਖਣਾ ਇਸ ਚੀਜ਼ ਦਾ। ਵੱਡੀ ਮਾਤਰਾ ਵਿੱਚ ਕੀ ਹੈ? ਤਾਪ ਊਰਜਾ ਅਤੇ ਪ੍ਰਕਾਸ਼ ਊਰਜਾ ਦਿੰਦੇ। ਪ੍ਰਕਾਸ਼ ਮਤਲਬ ਜਦੋਂ ਕੋਈ ਚੀਜ਼ ਜਲਦੀ ਹੈ ਤਾਂ ਪ੍ਰਕਾਸ਼ ਵੀ ਮਿਲਦਾ ਨਾ ਆਪਾਂ ਨੂੰ। ਹੁਣ CH4 ਹੈ, O2 ਆਕਸੀਜਨ ਦੀ ਮੌਜੂਦਗੀ ਵਿੱਚ ਇਹਨੂੰ ਜਲਾਉਂਦੇ ਹਾਂ ਅਗਰ ਆਪਾਂ, ਤਾਂ CO2 ਗੈਸ ਨਿਕਲਦੀ ਇੱਕ, ਤਾਂ ਇੱਕ H2O, ਇੱਕ ਤਾਪ ਤੇ ਇੱਕ ਪ੍ਰਕਾਸ਼, ਜਿਹੜਾ ਮਰਜ਼ੀ ਆਪਾਂ ਇਹਨਾਂ ਚੋਂ। ਠੀਕ ਹੈ। ਜਿਵੇਂ ਆ ਇਥੇਨੋਲ ਹੈ, ਇਹ ਕੀ ਹੈ? ਇਥੇਨੋਲ। ਨਾਮ ਮੈਂ ਕਿਵੇਂ ਲਿਆ ਇਹਦਾ? ਇਥੇਨੋਲ। ਦੇਖੋ ਕਾਰਬਨ ਕਿੰਨੇ ਹੈ? 2। ਕਿਹੜਾ ਗਰੁੱਪ ਜੁੜਿਆ ਨਾਲ? ਐਲਕੋਹਲ। ਐਲਕੋਹਲ ਲਈ ਕੀ ਯੂਜ਼ ਕਰਦੇ ਆ? ਔਲ। ਤਾਂ ਮਿੱਥੇ ਤਾਂ ਬਣ ਗਿਆ, ਇੱਥੇ ਤਾਂ ਬਣ ਗਿਆ, ਇਥੇਨੋਲ ਬਣ ਗਿਆ। ਇਸ ਤੋਂ ਕੀ ਬਣ ਗਿਆ? ਇਥੇਨੋਲ। ਇਥੇਨੋਲ ਜੋ ਜੋਗਾ ਆਪਾਂ ਉਹ ਜਲਾਉਂਦੇ ਹੈਗੇ ਆ ਬਲਨ ਕਿਰਿਆ ਦੇ ਦੌਰਾਨ, CO2 H2 ਤੇ ਤਾਪ ਤੇ ਪ੍ਰਕਾਸ਼ ਜਿਹੜਾ ਉਹ ਸੇਮ ਐਵੇਂ ਹੀ ਪੈਦਾ ਜਿਹੜਾ ਉਹ ਹੁੰਦਾ ਹੈ। ਹੁਣ ਇਹ ਕੁਝ ਲਾਈਨਾਂ ਯਾਦ ਰੱਖਣ ਵਾਲੀਆਂ ਹੈਗੀਆਂ। ਜਿਹੜੇ ਸੰਤ੍ਰਿਪਤ ਹਾਈਡਰੋਕਾਰਬਨ ਹੁੰਦੇ ਆ, ਸੰਤ੍ਰਿਪਤ ਮਤਲਬ ਜਿਨ੍ਹਾਂ 'ਚ ਸਾਰਿਆਂ 'ਚ ਸਿੰਗਲ ਬੌਂਡ ਹੋਣ, ਉਹ ਜ਼ਿਆਦਾ ਕਰਕੇ ਸਾਫ਼ ਲਾਟ ਦਿੰਦੇ ਹਨ। ਕਿਹੜੀ ਲਾਟ ਦਿੰਦੇ ਹਨ? ਸਾਫ਼। ਧੂਆਂ ਵਗੈਰਾ ਇਸ 'ਚ ਨਾ ਮਾਤਰ ਹੁੰਦਾ ਹੈ, ਘੱਟ ਹੁੰਦਾ ਹੈ। ਇਹ ਸੰਤ੍ਰਿਪਤ ਹਾਈਡਰੋਕਾਰਬਨ ਹੈ ਕਾਲੇ ਧੂਏ ਵਾਲੀ ਪੀਲੀ ਲਾਟ ਦਿੰਦੇ ਹਨ। ਕਿਹੜੀ ਲਾਟ ਦਿੰਦੇ ਹਨ? ਧੂਆਂ ਕਿਹੜਾ ਆਏਗਾ? ਕਾਲਾ, ਤੇ ਪੀਲੀ ਲਾਟ ਜਿਹੜੀ ਆ ਉਹ ਦੇਣਗੇ। ਹੁਣ ਇਹ ਘਰ ਵਿੱਚ ਵਰਤੀ ਜਾਣ ਵਾਲੀ ਗੈਸ ਅਤੇ ਮਿੱਟੀ ਦਾ ਤੇਲ, LPG ਗੈਸ ਹੈ ਜਾਂ ਮਿੱਟੀ ਦਾ ਤੇਲ ਦਾ ਸਟੋਵ ਜਲਦਾ ਦੇਖਿਆ ਹੋਏਗਾ, ਉਹ ਨੀਲੀ ਲਾਟ ਦਿੰਦੇ ਹਨ। ਕਿਹੜੀ ਲਾਟ ਦਿੰਦੇ ਹਨ? ਨੀਲੀ। ਕੇਵਲ ਗੈਸੀ ਵਸਤਾਂ ਦੇ ਜਲਣ ਦੇ ਨਾਲ ਲਾਟ ਉਤਪੰਨ ਹੁੰਦੀ ਹੈ। ਗੈਸੀ ਪਦਾਰਥਾਂ ਦੇ ਪਰਮਾਣੂ ਨੂੰ ਤਾਪ ਦੇਣ ਨਾਲ ਇੱਕ ਚਮਕਦੀ ਹੋਈ ਲਾਟ ਦਿਖਾਈ ਦਿੰਦੀ ਹੈ। ਤੁਸੀਂ ਕਦੇ ਕੋਇਲਾ ਜਲਦੇ ਹੋਏ ਦੇਖਿਆ ਹੋਏਗਾ। ਕੋਇਲੇ ਜਦੋਂ ਤੱਕ ਵਾਸ਼ਪੀਕਰਨ ਹੋ ਰਿਹਾ ਜਾਂ ਲੱਕੜਾਂ ਜਲ ਰਹੀਆਂ ਹੈਗੀਆਂ, ਉਹਦੇ ਵਿੱਚ ਗੈਸ ਦੇ ਰੂਪ 'ਚ ਕੋਈ ਚੀਜ਼ ਨਿਕਲ ਰਹੀ ਹੈ ਤਾਂ ਉਹ ਜਗ ਰਹੀ ਹੈ, ਫਿਰ ਤਾਂ ਆਪਾਂ ਨੂੰ ਲਾਟ ਦਿਖਾਈ ਦੇਗੀ। ਬਟ ਜਦੋਂ ਉਹ ਲਾਟ ਬੁੱਝ ਜਾਂਦੀ ਹੈ ਤਾਂ ਆਪਾਂ ਨੂੰ ਰੈੱਡ ਕਲਰ ਦੀ ਜਿਹੜੀ ਉਹ ਕੋਇਲੇ ਦਿਖਣੇ ਸ਼ੁਰੂ ਹੋ ਜਾਂਦੇ ਹੈ, ਤਾਂ ਉਹ ਲਾਲ ਲਾਟ ਉਸਨੂੰ ਆਪਾਂ ਬੋਲਦੇ ਹੈਗੇ ਹਾਂ। ਅਤੇ ਠੀਕ ਹੈ, ਤਾਂ ਇਹ ਯਾਦ ਰੱਖਣਾ ਹੈ ਆਪਾਂ। ਹੁਣ ਆਕਸੀਕਰਨ, ਪਹਿਲਾਂ ਬਲਨ ਦੀ ਕਿਰਿਆ ਆਪਾਂ ਦੇਖ ਲਈ ਸਾਰੀ। ਠੀਕ ਹੈ। ਜਿਹੜੇ ਸੰਤ੍ਰਿਪਤ ਹੁੰਦੇ ਹੈ ਉਹ ਧੂਆਂ ਨਹੀਂ ਛੱਡਦੇ, ਯਾਦ ਰੱਖਣਾ ਹੈ। ਸੰਤ੍ਰਿਪਤ ਹੈ, ਪੀਲੀ ਲਾਟ ਨਾਲ ਜਲਦੇ ਹੈਗੇ ਨੇ, ਧੂਆਂ ਦਿੰਦੇ ਹਨ ਬਲੈਕ ਕਲਰ ਦਾ। ਉਹਦੀ ਕੀ ਐਗਜ਼ਾਮਪਲ ਵੀ ਹੁੰਦੀ ਹੈ। ਠੀਕ ਹੈ। ਕਦੇ ਘਰੇ ਪੁੱਛਿਆ ਜੀ, ਜਿਵੇਂ ਕਾਜਲ ਵਗੈਰਾ ਤਿਆਰ ਕਰਦੇ ਨਾ ਜਿਹੜੇ ਘਰੇ, ਉਹ ਮਿੱਟੀ ਦਾ ਆਪਣੇ ਸਰੋਂ ਦੇ ਤੇਲ ਨਾਲ ਤਿਆਰ ਹੁੰਦੀ ਹੈ। ਠੀਕ ਹੈ। ਸਰੋਂ ਦੇ ਤੇਲ ਨੂੰ ਜਲਾ ਕੇ ਵੀ ਕਾਲਖ ਜਿਹੜੀ ਉਹ ਇਕੱਠੀ ਕਰ ਲਈ ਜਾਂਦੀ ਹੈ। ਬਾਕੀ ਜਿਹੜੇ ਸੰਤ੍ਰਿਪਤ ਹੁੰਦੇ ਆ ਉਹਨਾਂ ਦੇ ਅਕੋਰਡਿੰਗ ਜੇ ਇਹ ਕਾਲਖ ਜਿਹੜੀ ਉਹ ਇਕੱਠੀ ਨਹੀਂ ਹੁੰਦੀ। ਅੱਗੇ ਆਕਸੀਕਰਨ। ਐਲਕੋਹਲ ਜਿਹੜਾ ਹੈ ਉਹ ਕਾਰਬੋਕਸਿਲਿਕ ਐਸਿਡ ਦਾ ਨਿਰਮਾਣ ਕਰਦਾ ਹੈ। ਜਿਵੇਂ ਇਹ ਕੀ ਹੈ ਸੀਗਾ? 2 ਕਾਰਬਨ ਹੈ ਤਾਂ ਕੀ ਹੋਏਗਾ? ਇਥੇਨੋਲ। ਖਾਰਿਜ ਜਾਂ ਤੇਜ਼ਾਬੀ। ਠੀਕ ਹੈ। KMnO4 ਇਹ ਉਤਪ੍ਰੇਰਕ ਹੈ ਜਾਂ ਆਕਸੀਕਾਰਕ ਹੈ। ਇੱਥੇ ਇਹ ਕੀ ਹੈ? ਆਕਸੀਕਾਰਕ। KMnO4 ਪੋਟੇਸ਼ੀਅਮ ਪਰਮੈਂਗਨੇਟ। ਠੀਕ ਹੈ। ਉਹਦੇ ਨਾਲ ਤਾਪ ਦੇਵਾਂਗੇ ਤਾਂ ਇਹ ਕਿਸ 'ਚ ਕਨਵਰਟ ਹੋ ਜਾਏਗਾ? ਕਾਰਬਨ ਕਿੰਨੇ ਹੈ? 2। ਠੀਕ ਹੈ। ਤਾਂ ਕੀ ਬਣਾਵਾਂਗੇ ਇਹਦਾ ਆਪਾਂ? ਇਥੇਨੋਇਕ ਐਸਿਡ। ਇਹ ਕੀ ਬਣੇਗਾ? ਇਥੇਨੋਇਕ ਐਸਿਡ ਦਾ ਨਿਰਮਾਣ ਜਿਹੜਾ ਉਹ ਇੱਥੇ ਹੋਏਗਾ। ਅੱਗੇ ਜੁੜਾਤਮਕ, ਉਹ ਹੈ ਆਕਸੀਕਰਨ। ਆਕਸੀਕਰਨ ਨਾਲ ਯਾਦ ਇਹ ਰੱਖਣਾ ਹੈ ਜਿਹੜਾ ਐਲਕੋਹਲ ਹੈ ਉਹ ਕਿਸ 'ਚ ਬਦਲ ਜਾਂਦਾ ਹੈ? ਆਪਣੇ ਕੋਲ ਕਾਰਬੋਕਸਿਲਿਕ ਐਸਿਡ ਵਿੱਚ ਜਿਹੜਾ ਹੈ ਉਹ ਬਦਲਦਾ ਹੈ। ਇਹ ਕੁਐਸਚਨ ਆ ਸਕਦਾ ਹੈ ਵੀ ਹਾਈਡਰੋਕਾਰਬਨ ਦੇ ਆਕਸੀਕਰਨ ਦੇ ਦੌਰਾਨ ਐਲਕੋਹਲ ਕਿਸ 'ਚ ਬਦਲਦਾ ਹੈ? ਤਾਂ ਕਾਰਬੋਕਸਿਲਿਕ ਐਸਿਡ ਦੇ ਵਿੱਚ। ਇੱਕ ਇਹ ਯਾਦ ਰੱਖਣ ਵਾਲੀ ਚੀਜ਼ ਇੱਥੇ ਆ ਸਿੰਪਲ ਜਿਹੀ ਹੈਗੀ ਹੈ ਵੀ ਇੱਕ ਆਕਸੀਜਨ ਹੋਰ ਜੁੜੇਗਾ, ਇੱਕ ਹੋਰ ਜੁੜੇਗਾ ਤਾਂ ਆਪਣੇ ਕੋਲ ਕੀ ਆਏਗਾ? ਪਾਣੀ ਵਿੱਚੋਂ ਰਿਮੂਵ ਹੋ ਜਾਏਗਾ H2O, ਅਤੇ ਇੱਕ ਜਿਹੜਾ O ਹੈ ਉਹ ਵਿੱਚ ਐਡ ਨਾਲ ਇਹਦੇ ਹੋ ਜਾਏਗਾ, ਅਤੇ COOH ਹੋਣ ਦੇ ਨਾਲ ਇਹ ਕੀ ਬਣੇਗਾ? ਕਾਰਬੋਕਸਿਲਿਕ ਐਸਿਡ। ਜੁੜਾਤਮਕ ਕਿਰਿਆ ਹੁੰਦੀ ਹੈ। ਇਹ ਸੰਤ੍ਰਿਪਤ ਹਾਈਡਰੋਕਾਰਬਨਾਂ ਨੂੰ ਸੰਤ੍ਰਿਪਤ ਹਾਈਡਰੋਕਾਰਬਨ ਵਿੱਚ ਬਦਲਣ ਲਈ ਉਤਪ੍ਰੇਰਕ ਵਰਤੇ ਜਾਂਦੇ ਹਨ ਨਿਕਲ ਤੇ ਪੈਲੇਡੀਅਮ। ਯਾਦ ਰੱਖਣਾ ਹੈ ਆਪਾਂ ਸੰਤ੍ਰਿਪਤ ਹਾਈਡਰੋਕਾਰਬਨਾਂ ਨੂੰ ਕਿਹੜੇ 'ਚ ਬਦਲ ਸਕਦੇ ਹਾਂ? ਸੰਤ੍ਰਿਪਤ ਹਾਈਡਰੋਕਾਰਬਨਾਂ ਵਿੱਚ ਬਦਲ ਸਕਦੇ ਹਾਂ, ਅਤੇ ਉਹਦੇ ਲਈ ਉਤਪ੍ਰੇਰਕ ਕਿਹੜਾ ਵਰਤਿਆ ਜਾਂਦਾ ਹੈ? ਨਿਕਲ ਜਾਂ ਪੈਲੇਡੀਅਮ। ਬਨਸਪਤੀ ਤੇਲ, ਜਿਵੇਂ ਸਰੋਂ ਦਾ ਤੇਲ, ਇਹ ਸੰਤ੍ਰਿਪਤ ਹਾਈਡਰੋਕਾਰਬਨ ਹੁੰਦਾ ਹੈ। ਕਿਹੜਾ ਹੁੰਦਾ ਹੈ? ਜੰਤੂ ਚਰਬੀ ਜਿਹੜੀ ਹੈਗੀ ਹੈ ਉਹ ਸੰਤ੍ਰਿਪਤ ਹੁੰਦੀ ਹੈ। ਉਹ ਕਿਹੜੀ ਹੁੰਦੀ ਹੈ? ਸੰਤ੍ਰਿਪਤ। ਠੀਕ ਹੈ। ਅਤੇ ਜਿਹੜਾ ਬਨਸਪਤੀ ਤੇਲ ਹੈ ਇਹ ਸੰਤ੍ਰਿਪਤ ਹਾਈਡਰੋਕਾਰਬਨ ਉਹ ਸਿਹਤ ਲਈ ਚੰਗਾ ਹੁੰਦਾ ਹੈ, ਅਤੇ ਜਿਹੜੀ ਸੰਤ੍ਰਿਪਤ ਹਾਈਡਰੋਕਾਰਬਨ ਹੁੰਦੇ ਆ ਉਹ ਆਪਾਂ ਅਗਰ ਉਸਨੂੰ ਕੰਜ਼ਿਊਮ ਕਰੀਏ ਤਾਂ ਉਹ ਸਿਹਤ ਲਈ ਜਿਹੜੇ ਆ ਉਹ ਨੁਕਸਾਨਦਾਇਕ ਹੁੰਦੇ ਨੇ।
ਉਹ ਸਹੀ ਨਹੀਂ ਹੁੰਦੇ। ਠੀਕ ਹੈ, ਫੈਟੀ ਐਸਿਡਸ ਦਾ ਨਿਰਮਾਣ ਕਰਦੇ ਹੈਗੇ ਤਾਂ ਉਹ ਨੁਕਸਾਨਦਾਇਕ ਹੈ ਆਪਣੇ ਕੋਲ। ਹੁਣ ਇਹ ਨਿਕਲ ਉਤਪ੍ਰੇਰਕ ਦੀ ਮੌਜੂਦਗੀ ਵਿੱਚ ਇਹ ਆਪਣੇ ਕੋਲ ਆਰ ਦਾ ਮਤਲਬ ਹੈ ਕਿ ਸੀਰੀਜ਼ ਹੋਰ ਜੁੜੀ ਹੋਈ ਹੈ। ਠੀਕ ਹੈ, 2 ਕਾਰਬਨ ਸ਼ੋ ਹੋ ਰਹੇ ਆਪਣੇ ਕੋਲ। H2 ਹਾਈਡਰੋਜਨ ਗੈਸ ਤੇ ਨਿਕਲ ਉਤਪ੍ਰੇਰਕ ਦੀ ਮੌਜੂਦਗੀ ਵਿੱਚ ਕੀ ਹੋਏਗਾ, ਹਾਈਡਰੋਜਨ ਦੋਨਾਂ ਸਾਈਡਾਂ ਤੇ ਨਾਲ ਜੁੜ ਜਾਏਗਾ ਇੱਥੇ। ਠੀਕ ਹੈ, ਬਾਕੀ ਸੀਰੀਜ਼ ਉਵੇਂ ਹੀ ਰਹੇਗੀ। ਸਿੰਗਲ ਜਿਹੜਾ ਇੱਥੇ ਡਬਲ ਬੌਂਡ ਸੀ ਉਹ ਕਿਸ 'ਚ ਕਨਵਰਟ ਹੋ ਗਿਆ, ਸਿੰਗਲ ਬੌਂਡ 'ਚ। ਇੱਥੇ ਆ ਕਿਹੜਾ ਹੈ, ਅਸੰਤ੍ਰਿਪਤ ਹਾਈਡਰੋਕਾਰਬਨ ਹੈ। ਇੱਥੇ ਆ ਕੀ ਬਣ ਗਿਆ, ਸੰਤ੍ਰਿਪਤ ਹਾਈਡਰੋਕਾਰਬਨ। ਵੀ ਇਹ 2 ਬੌਂਡ ਹਟ ਕੇ ਦੋਵਾਂ 'ਤੇ ਕੀ ਜੁੜ ਗਿਆ, ਹਾਈਡਰੋਜਨ। ਠੀਕ ਹੈ, ਤਾਂ ਇਹ ਕੀ ਹੁੰਦਾ ਹੈ ਤੇ ਕਿਸ ਦੀ ਮੌਜੂਦਗੀ ਵਿੱਚ ਹੁੰਦਾ ਹੈ, ਨਿਕਲ ਉਤਪ੍ਰੇਰਕ ਜਿਹੜਾ ਉਹ ਵਰਤਿਆ ਜਾਂਦਾ ਹੈ। ਯਾਦ ਉਤਪ੍ਰੇਰਕ ਯਾਦ ਰੱਖਣਾ ਹੈ। ਠੀਕ ਹੈ, ਅਸੰਤ੍ਰਿਪਤ ਹਾਈਡਰੋਕਾਰਬਨ ਨੂੰ ਆਪਾਂ ਸੰਤ੍ਰਿਪਤ ਹਾਈਡਰੋਕਾਰਬਨ ਵਿੱਚ ਬਦਲ ਸਕਦੇ ਹਾਂ। ਜਿਵੇਂ ਡਾਲਡਾ ਘਿਓ ਦਾ ਨਿਰਮਾਣ ਹੁੰਦਾ ਨਾ, ਉਹ ਇਸੇ ਕਿਰਿਆ ਰਾਹੀਂ ਹੁੰਦਾ ਹੈ। ਠੀਕ ਹੈ, ਬਨਸਪਤੀ ਆਇਲ ਲੈ ਕੇ ਉਸ ਦਾ ਜਿਹੜਾ ਹੈ ਹਾਈਡਰੋਜਨੀਕਰਨ ਜਿਹੜਾ ਹੈ ਉਹ ਹੋ ਕੇ, ਮਤਲਬ ਹਾਈਡਰੋਜਨ ਜੁੜਦੇ ਹੈਗੇ ਉਸ 'ਚ, ਅਤੇ ਆਪਣੇ ਕੋਲ ਜਿਹੜਾ ਹੈ ਸੰਤ੍ਰਿਪਤ ਜਿਹੜਾ ਹਾਈਡਰੋਕਾਰਬਨ ਆਪਾਂ ਨੂੰ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਅੱਗੇ ਪ੍ਰਤੀਸਥਾਪਨ ਕਿਰਿਆ। ਅੱਗੇ ਸੰਤ੍ਰਿਪਤ ਹਾਈਡਰੋਕਾਰਬਨ ਜ਼ਿਆਦਾਤਰ ਅਕਿਰਿਆਸ਼ੀਲ ਹੁੰਦੇ ਹਨ। ਜ਼ਿਆਦਾਤਰ ਸੂਰਜ ਦੇ ਪ੍ਰਕਾਸ਼ ਦੀ ਹੋਂਦ ਵਿੱਚ ਕਲੋਰੀਨ, ਠੀਕ ਹੈ, ਹਾਈਡਰੋਜਨ ਨੂੰ ਹਟਾ ਕੇ ਜੁੜ ਜਾਂਦੀ ਹੈ। ਹੁਣ ਦੱਸਿਆ ਸੀ ਨਾ ਕਿ ਪ੍ਰਤੀਸਥਾਪਨ ਅੰਦੋਲਨ ਹੁੰਦਾ ਹੈ ਹਟਾਉਣਾ। ਇਹਦੇ ਵਿੱਚ ਕੀ ਹੁੰਦਾ, ਜਿਵੇਂ CH4 ਮੀਥੇਨ ਹੈ, ਕਲੋਰੀਨ ਗੈਸ ਦੀ ਮੌਜੂਦਗੀ ਹੋਵੇ ਜਿੱਥੇ, ਤੇ ਨਾਲ ਸੂਰਜ ਦਾ ਤਾਪ ਹੋਵੇ। ਠੀਕ ਹੈ, ਤਾਂ ਇਹ ਠੀਕ ਹੈ ਕਲੋਰੋਮੀਥੇਨ ਬਣ ਗਈ, HCl ਵਿੱਚੋਂ ਨਿਕਲੇਗੀ। ਉਵੇਂ ਉਵੇਂ ਅੱਗੇ ਹੋਰ ਜੋੜਦੇ ਜਾਈਏ ਤਾਂ ਕਲੋਰੀਨ ਜੁੜਦੀ ਰਹਿੰਦੀ ਹੈ ਤੇ ਹਾਈਡਰੋਜਨ ਨੂੰ ਰਿਪਲੇਸ ਕਰਦੀ ਜਾਏਗੀ ਵਾਰ-ਵਾਰ। ਜਿਵੇਂ ਇੱਥੇ ਹਾਈਡਰੋਜਨ ਸੀ ਨਾ ਚਾਰੇ ਪਾਸੇ, ਤਾਂ ਇਹ ਕਲੋਰੀਨ ਜਿਹੜਾ ਇਸ ਨੂੰ ਰਿਪਲੇਸ ਕਰਕੇ ਇੱਥੇ ਕਲੋਰੀਨ ਆ ਗਈ। ਅਤੇ ਇਹ ਕਿਸ ਦੀ, ਸੂਰਜ ਦੀ ਪ੍ਰਕਾਸ਼ ਦੀ ਜਿਹੜੀ ਹੈ ਮੌਜੂਦਗੀ ਵਿੱਚ ਹੁੰਦਾ ਹੈ ਇਹ ਪ੍ਰਤੀਸਥਾਪਨ ਜਿਹੜਾ ਹੈਗਾ। ਅੱਗੇ ਕੁਝ ਹੋਰ ਮਹੱਤਵਪੂਰਨ ਯੌਗਿਕ ਹੈਗੇ, ਇਥੇਨੋਲ ਜਾਂ ਇਥਾਈਲ ਅਲਕੋਹਲ। ਠੀਕ ਹੈ, ਇਹਦਾ ਫਾਰਮੂਲਾ ਯਾਦ ਕਰ ਲਿਆ ਜੇ, C2H5OH ਹੁੰਦਾ ਹੈ। ਉੱਪਰ ਪੜ੍ਹ ਕੇ ਵੀ ਆਪਣੇ CH3 CH2OH ਲੈ ਕਰਕੇ ਆਪਾਂ ਪੜ੍ਹੇ ਸੀ ਨਾ। ਇੱਥੇ ਮਤਲਬ 2 ਜਿਹੜੇ ਕਾਰਬਨ ਹੋਣਗੇ, ਕਿੰਨੇ ਕਾਰਬਨ ਹੋਣਗੇ, 2। ਇਹ ਦਰਵ ਅਵਸਥਾ 'ਚ ਮਿਲਦਾ ਹੈ ਇਥੇਨੋਲ ਹੈ ਜਿਹੜਾ, ਇਹਨੂੰ ਐਲਕੋਹਲ ਕਹਿੰਦੇ ਆਪਾਂ ਨੋਰਮਲ ਭਾਸ਼ਾ 'ਚ। ਚੰਗਾ ਘੋਲਕ ਹੈ, ਟਿੰਕਚਰ ਆਇਓਡੀਨ ਦਾ ਨਿਰਮਾਣ ਹੋ ਗਿਆ, ਜਾਂ ਖੰਘ ਦੀ ਜਿੰਨੇ ਵੀ ਸਿਰਪ ਆਉਂਦੇ ਆ ਜਾਂ ਟੋਨਿਕਸ ਆਉਂਦੇ ਆ ਨਾ ਜਿਹੜੇ, ਉਹਨਾਂ ਵਿੱਚ ਇਸ ਦਾ ਉਪਯੋਗ ਜਿਹੜਾ ਹੈ ਐਲਕੋਹਲ ਦਾ ਹੁੰਦਾ ਹੈ। ਠੀਕ ਹੈ, ਜਿਹੜੀ ਸ਼ਰਾਬ ਹੁੰਦੀ ਹੈ ਉਹਦੇ ਵਿੱਚ ਵੀ ਇਥੇਨੋਲ ਹੀ ਹੁੰਦਾ ਹੈ। ਠੀਕ ਹੈ, ਯਾਦ ਰੱਖਣਾ ਹੈ। ਇਥੇਨੋਲ ਦੀਆਂ ਪ੍ਰਤੀਕਿਰਿਆਵਾਂ, ਇਹ ਕਿਵੇਂ ਕਿਵੇਂ ਪ੍ਰਤੀਕਿਰਿਆ ਕਰਦਾ ਹੈ, ਸੋਡੀਅਮ ਨਾਲ ਪ੍ਰਤੀਕਿਰਿਆ। ਸਭ ਤੋਂ ਪਹਿਲਾਂ ਕਿਸ ਨਾਲ, ਸੋਡੀਅਮ ਨਾਲ। ਜਿਹੜਾ ਸੋਡੀਅਮ ਹੈ ਉਹਦੇ ਨਾਲ ਇਥੇਨੋਲ ਪ੍ਰਤੀਕਿਰਿਆ ਕਰਕੇ ਸੋਡੀਅਮ ਇਥੋਕਸਾਈਡ ਇਸ ਦਾ ਨਿਰਮਾਣ ਕਰਦਾ ਹੈ, ਸੋਡੀਅਮ ਇਥੋਕਸਾਈਡ, ਅਤੇ ਹਾਈਡਰੋਜਨ ਗੈਸ ਜਿਹੜੀ ਇਹਦੇ ਵਿੱਚੋਂ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਵਿੱਚੋਂ। ਇਹ ਯਾਦ ਰੱਖਣਾ, ਜਿਹੜਾ ਇੱਥੇ ਇਹ ਸਿੰਪਲ ਜਿਹਾ ਹੈ ਨਾ ਜਿਹੜਾ H, ਇਸ ਨੂੰ ਹਟਾਉਣਾ ਹੈ, Na ਨੂੰ ਜੋੜ ਦੇਣਾ ਹੈ। ਇਹ ਜਿਹੜਾ ਹੁੰਦਾ ਹੈ ਇਥੇਨੋਲ ਹੈ। ਠੀਕ ਹੈ, ਇਹ ਆਪਣੇ ਕੋਲ ਕੀ ਹੁੰਦਾ ਹੈ, ਆਇਨੀਕ੍ਰਿਤ ਨਹੀਂ ਹੁੰਦਾ, ਆਇਨ ਨਹੀਂ ਬਣਾਉਂਦਾ ਹੈ। ਠੀਕ ਹੈ, ਬਟ ਜਦੋਂ ਸੋਡੀਅਮ ਜੁੜ ਜਾਂਦਾ ਹੈ, ਸੋਡੀਅਮ ਕਿਹੜਾ ਆਇਨ ਹੁੰਦਾ ਹੈ, ਪੋਜ਼ੀਟਿਵ ਆਇਨ। ਠੀਕ ਹੈ, ਇਹ ਆਇਨੀਕ੍ਰਿਤ ਹੋ ਜਾਂਦਾ ਹੈ, ਸੋਡੀਅਮ ਇਥੋਕਸਾਈਡ ਜਿਹੜਾ ਹੈਗਾ। ਠੀਕ ਹੈ, ਅਤੇ ਇਹ ਹਾਈਡਰੋਜਨ ਇਹਦੇ ਵਿੱਚ ਜਿਹੜੀ ਉਹ ਨਿਕਲ ਜਾਂਦੀ ਹੈ। ਇਹ ਬੇਟੇ ਪਿਛਲੇ ਪੇਪਰ 'ਚ ਆਇਆ ਹੋਇਆ ਹੈ। ਠੀਕ ਹੈ, ਵੀ ਇਥੇਨੋਲ ਜਿਹੜਾ ਹੈ ਸੋਡੀਅਮ ਨਾਲ ਪ੍ਰਕਿਰਿਆ ਕਰਕੇ ਕੀ ਬਣਾਉਂਦਾ ਹੈ, ਕਿਹੜੇ ਕਿਹੜੇ 2 ਉਤਪਾਦ ਬਣਾਉਂਦਾ। ਇੱਕ ਤਾਂ ਹਾਈਡਰੋਜਨ ਗੈਸ ਬਣੇਗੀ, ਦੂਸਰੀ ਸੋਡੀਅਮ ਇਥੋਕਸਾਈਡ ਜਿਹੜਾ ਹੈ ਉਹ ਬਣੇਗਾ। ਤਾਂ ਇਸ ਤਰੀਕੇ ਨਾਲ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ, ਤਾਂ ਅੱਗੇ ਹੋਰ ਪੁੱਛਣ ਦੀ ਸੰਭਾਵਨਾ ਜਿਹੜੀ ਉਹ ਇੱਥੋਂ ਬਣ ਜਾਂਦੀ ਹੈ। ਜਿਵੇਂ ਅਸੰਤ੍ਰਿਪਤ ਹਾਈਡਰੋਕਾਰਬਨ ਬਣਾਉਣ ਦੀ ਪ੍ਰਕਿਰਿਆ, ਪਹਿਲਾਂ ਆਪਾਂ ਪੜ੍ਹਿਆ ਸੀ ਵੀ ਅਸੰਤ੍ਰਿਪਤ ਟੂ ਸੰਤ੍ਰਿਪਤ ਕਨਵਰਟ ਕਰਦੇ ਸੀ। ਹੁਣ ਅਸੰਤ੍ਰਿਪਤ ਕਿਵੇਂ ਬਣੇਗਾ, ਇਥਾਈਲ ਅਲਕੋਹਲ ਜਿਹੜਾ ਹੈਗਾ ਉਸ ਨੂੰ ਗਰਮ ਕਰਕੇ ਅਤੇ ਗਾੜਾ ਸਲਫਿਊਰਿਕ ਐਸਿਡ ਦੀ ਮੌਜੂਦਗੀ 'ਚ ਆਪਾਂ ਉਸਦੀ ਪ੍ਰਤੀਕਿਰਿਆ ਅਗਰ ਕਰਾਉਂਦੇ ਹਾਂ, ਉਹਦੇ ਵਿੱਚੋਂ ਹਾਈਡਰੋਜਨ ਨਿਕਲਦਾ ਹੈ। ਇਸ ਨੂੰ ਕੀ ਬੋਲਦੇ ਆਪਾਂ, ਨਿਰਜਲੀਕਰਨ। ਪਾਣੀ ਦਾ ਨਿਕਲਣਾ, ਜਲ ਕੀ ਹੁੰਦਾ, ਪਾਣੀ। ਠੀਕ ਹੈ, ਨਿਰਜਲੀਕਰਨ ਮਤਲਬ ਉਹਦੇ ਵਿੱਚੋਂ ਪਾਣੀ ਨਿਕਲ ਜਾਂਦਾ ਹੈ। ਹੁਣ ਇਹਦੇ ਵਿੱਚੋਂ H2O ਕੱਢ ਦਿਓ ਤਾਂ ਕੀ ਬਣ ਗਿਆ, CH2 ਡਬਲ ਬੌਂਡ CH2। ਡਬਲ ਬੌਂਡ ਹੈ ਤਾਂ ਇਹ 2 ਕਾਰਬਨ ਹੈ। ਇਹਦਾ ਨਾਂ ਤੁਸੀਂ ਆਪ ਸੋਚੋ ਕੀ ਦਿਓਗੇ, ਪਹਿਲਾਂ ਸੋਚੋ, ਫਿਰ ਮੈਂ ਤਾਂ ਦੱਸਣਾ ਹੀ ਹੈਗਾ। ਲੱਗਿਆ ਪਤਾ? ਚਲੋ, ਜਿਹਨੂੰ ਲੱਗਿਆ ਉਹ ਕਮੈਂਟ ਬਾਕਸ 'ਚ ਜ਼ਰੂਰ ਲਿਖਿਆ ਜੀ, ਨਹੀਂ ਤਾਂ ਉੱਪਰ ਸਟਾਰਟਿੰਗ 'ਚ ਮੈਂ ਦੱਸ ਚੁੱਕਿਆ, ਇਹਨੂੰ ਰਿਵਾਈਜ਼ ਕਰ ਲਿਆ ਜੀ। ਹੁਣ ਇਹ ਪਾਣੀ ਨੂੰ ਹਟਾਉਣਾ, ਇਸ ਨੂੰ ਕੈਮੀਕਲ ਸਟਰਕਚਰ ਦੀ ਫੋਰਮ 'ਚ ਵੀ ਤੁਹਾਨੂੰ ਦੱਸਤਾ ਸਾਰਾ। ਗਰਮ ਕਰਦੇ ਹਾਂ ਤਾਂ ਇਸ ਤਰੀਕੇ ਨਾਲ ਇਹ ਸੰਰਚਨਾ ਦਾ ਨਿਰਮਾਣ ਹੁੰਦਾ ਹੈ, ਅਤੇ H2 ਇਹਦੇ ਵਿੱਚੋਂ ਰਿਮੂਵ ਹੋ ਜਾਂਦਾ ਹੈ। ਅੱਗੇ ਹੈ ਬੇਟੇ, ਉਹਦਾ ਜਵਾਬ ਜ਼ਰੂਰ ਦੇਣਾ ਹੈ ਵੀ ਉਹ ਕਿਹੜਾ ਯੌਗਿਕ ਹੈਗਾ ਇਹ ਵਾਲਾ। ਠੀਕ ਹੈ, ਇਹ ਕਮੈਂਟ ਬਾਕਸ 'ਚ ਲਿਖੋਗੇ ਤੁਸੀਂ ਸਾਰੇ।
ਦੇਖਦੇ ਹਾਂ ਤੁਹਾਨੂੰ ਕਿੰਨਾ ਕੁ ਯਾਦ ਇਹਦੇ ਵਿੱਚੋਂ ਰਹਿੰਦਾ ਲੈਸਨ ਸੁਣਦੇ ਤਾਂ ਇੱਕ ਦੋ ਟੇਬਲ ਵਿੱਚ ਮੈਂ ਜਿਹੜੇ ਸ਼ੋਅ ਕੀਤੇ ਉਹ ਚੰਗੀ ਤਰ੍ਹਾਂ ਰੱਟ ਲਿਆ ਜੇ, ਉਹਦੇ ਵਿੱਚ ਤੁਹਾਨੂੰ ਕੋਈ ਨਾ ਕੁਛ ਕੋਈ ਕੁਐਸਚਨ ਜਿਹੜਾ ਪੇਪਰ 'ਚ ਜ਼ਰੂਰ ਮਿਲੇਗਾ ਆਪਾਂ ਨੂੰ। ਅਗਰ ਉਹਨਾਂ ਦਾ ਆਈਡੀਆ ਹੋਏਗਾ ਨਾ ਇਹਦਾ ਨਾਮ ਕੀ ਹੈ ਤਾਂ ਹੀ ਆਪਾਂ ਸਮਝ ਸਕਦੇ ਹਾਂ ਨਾ। ਕੋਈ ਪੇਪਰ 'ਚ ਕੋਈ ਨਾਮ ਲਿਖਿਆ ਹੀ ਆ ਗਿਆ ਤਾਂ ਕਈ ਕੁਐਸਚਨ ਤਾਂ ਇਹ ਜਿਹੇ ਹੁੰਦੇ ਜਿਹੜੇ ਨਾਮ ਪੜ੍ਹ ਕੇ ਆਪਾਂ ਦੱਸ ਸਕਦੇ ਵੀ ਆ ਇਹ ਚੀਜ਼ ਹੈਗੀ ਹੈ, ਠੀਕ ਹੈ। ਤਾਂ ਅਗਰ ਉਹਨਾਂ ਦੇ ਨੇਮਿੰਗ ਰੂਲ ਆਪਾਂ ਨੂੰ ਪਤਾ ਹੋਣਗੇ ਤਾਂ ਕੁਛ ਕੁਐਸਚਨ ਆਪਾਂ ਵੈਸੇ ਹੀ ਸੋਲਵ ਕਰ ਲਾਂਗੇ, ਇਸ ਲੈਸਨ 'ਚ ਆਉਣਗੇ ਜਿਹੜੇ। ਅੱਗੇ ਇਥੇਨੋਇਕ ਤੇਜ਼ਾਬ, ਉਹ ਤਾਂ ਇਥੇਨੋਲ ਸੀਗਾ, ਇਹ ਕਿਹੜਾ ਇਥੇਨੋਇਕ ਤੇਜ਼ਾਬ, ਇਹ ਸੈਕਿੰਡ ਆ ਗਿਆ ਉਸਦਾ CH3COOH। ਕਾਰਬਨ ਕਿੰਨੇ 2, ਠੀਕ ਹੈ। ਤੇ COOH ਹੋਣ ਦੇ ਕਾਰਨ ਓਇਕ ਐਸਿਡ ਇਹਦੇ ਪਿੱਛੇ ਲੱਗਿਆ ਹੈ ਤਾਂ ਇਥੇਨੋਇਕ ਐਸਿਡ ਹੈ। ਐਸਟਿਕ ਐਸਿਡ ਵੀ ਇਹਨੂੰ ਬੋਲਦੇ ਹਨ, ਕੀ ਬੋਲਦੇ ਆਪਾਂ, ਐਸਟਿਕ ਐਸਿਡ। ਐਸਟਿਕ ਤੇਜ਼ਾਬ ਦਾ 3 ਤੋਂ 4% ਪਾਣੀ ਵਿੱਚ ਘੋਲ ਸਿਰਕਾ, ਇਹ ਯਾਦ ਰੱਖਣਾ ਹੈ। ਜਿਹੜਾ ਸਿਰਕਾ ਹੁੰਦਾ ਹੈ 3 ਤੋਂ 4%, ਕਈ ਬੁੱਕਸ 'ਚ 5 ਤੋਂ 8% ਵੀ ਦਿੱਤਾ ਹੋਇਆ ਹੈ, ਠੀਕ ਹੈ। ਤਾਂ ਇਹ ਧਿਆਨ ਰੱਖਣਾ ਹੈ ਵੀ 10% ਤੋਂ ਘੱਟ ਜਿਹੜਾ ਹੈ ਪਾਣੀ ਵਿੱਚ ਨੂੰ ਅਗਰ ਆਪਾਂ ਘੋਲ ਦਈਏ ਤਾਂ ਇਹ ਕਿਸ ਦਾ ਨਿਰਮਾਣ ਕਰਦਾ ਹੈ, ਸਿਰਕੇ ਦਾ। ਇਹ ਕੁਐਸਚਨ ਆਇਆ ਹੋਇਆ ਹੈ ਪਹਿਲਾਂ ਪੇਪਰਾਂ ਦੇ ਵਿੱਚ। ਠੰਡਾ ਕਰਨ ਨਾਲ ਇਹ ਜੰਮ ਜਾਂਦਾ ਹੈ, ਜੇ ਜ਼ਿਆਦਾ ਠੰਡ ਕਰਦੀ ਹੈ ਨਾ ਇਹ ਜੰਮ ਜਾਂਦਾ ਹੈ, ਇਸ ਲਈ ਇਸ ਨੂੰ ਗਲੇਸ਼ੀਅਲ ਐਸਟਿਕ ਤੇਜ਼ਾਬ ਵੀ ਕਿਹਾ ਜਾਂਦਾ ਹੈ, ਠੀਕ ਹੈ। ਕਿਸ ਨੂੰ ਕਹਿੰਦੇ ਗਲੇਸ਼ੀਅਲ ਐਸਟਿਕ ਤੇਜ਼ਾਬ, ਇਥੇਨੋਇਕ ਐਸਿਡ ਨੂੰ, ਹੋਰ ਐਸਿਡ ਨੂੰ ਨਹੀਂ, ਸਿਰਫ ਕਿਸ ਨੂੰ, ਇਥੇਨੋਇਕ ਐਸਿਡ ਨੂੰ ਜਿਹੜਾ ਹੈ ਗਲੇਸ਼ੀਅਲ ਐਸਟਿਕ ਤੇਜ਼ਾਬ ਵੀ ਕਹਿੰਦੇ ਹਨ। ਦੂਸਰਾ ਇੱਕ ਕਮਜ਼ੋਰ ਤੇਜ਼ਾਬ ਹੁੰਦਾ ਹੈ, ਵੀਕ ਹੈ, ਠੀਕ ਹੈ। ਵੀਕ ਐਸਿਡ ਬੋਲਦੇ ਹਨ ਕਿਉਂਕਿ ਇਹ ਆਇਨੀਕ੍ਰਿਤ ਨਹੀਂ ਹੁੰਦਾ, ਆਇਨ ਕ੍ਰੀਏਟ ਨਹੀਂ ਕਰਦਾ। ਜਿਹੜੇ ਘੋਲ ਬਣਾਉਣ ਉੱਪਰ ਆਇਨ ਉਤਪੰਨ ਕਰਦੇ ਹੈ ਉਹ ਸਟਰੋਂਗ ਹੁੰਦੇ, ਜਿਵੇਂ HCl ਹੈ, ਉਹ ਹਾਈਡਰੋਜਨ ਪਲੱਸ ਤੇ ਕਲੋਰੀਨ ਮਾਈਨਸ 'ਚ ਟੁੱਟ ਜਾਂਦਾ ਹੈ ਤਾਂ ਉਹ ਕਿਹੜਾ ਹੈ, ਸਟਰੋਂਗ ਜਿਹੜਾ ਹੈ ਤੇਜ਼ਾਬ ਦਾ ਨਿਰਮਾਣ ਕਰਦਾ ਹੈ, ਇਹ ਨਹੀਂ ਕਰਦਾ, ਠੀਕ ਹੈ। ਹੁਣ ਇਸ ਦੇ ਕੁਝ ਰਿਐਕਸ਼ਨਸ ਹੈਗੀਆਂ, ਐਸਟਰੀਕਰਨ, ਕਿਹੜੀ ਹੈ, ਐਸਟਰੀਕਰਨ ਮਤਲਬ ਐਸਟਰ ਦਾ ਨਿਰਮਾਣ ਕਰਨਾ। ਐਸਟਰ ਵਿੱਚ ਕਿਹੜਾ ਹੁੰਦਾ ਹੈ ਬੇਟੇ, ਆਹ ਵਾਲਾ ਫੰਕਸ਼ਨਲ ਗਰੁੱਪ ਕਿਰਿਆਤਮਕ ਸਮੂਹ ਆਪਾਂ ਪੜ੍ਹੇ ਸੀ ਨਾ, ਇਹ ਐਸਟਰ ਦਾ ਹੈ ਕੀਟੋਨ। ਇਹ ਅਗਰ ਵਿੱਚ ਆ ਜਾਂਦਾ ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ, ਐਸਟਰ। ਐਸਟਰ ਤੇਜ਼ਾਬ ਅਤੇ ਐਲਕੋਹਲ ਦੀ ਪ੍ਰਕਿਰਿਆ ਦੇ ਨਤੀਜੇ ਵਜੋਂ ਬਣਦੇ ਹਨ। ਹੁਣ ਇਹ ਇਥੇਨੋਇਕ ਐਸਿਡ ਪਲੱਸ ਇਥੇਨੋਲ, ਠੀਕ ਹੈ, ਤੇਜ਼ਾਬ ਦੀ ਉਪਸਥਿਤੀ ਵਿੱਚ ਉਹਦੀ ਪ੍ਰਕਿਰਿਆ ਆਪਾਂ ਕਰਾਈਏ ਤਾਂ ਇਹ ਨਿਰਮਾਣ ਜਿਹੜਾ ਹੋ ਰਿਹਾ ਹੈ, ਇਹਦੇ ਨਾਮਕਰਨ ਤੁਸੀਂ ਆਪ ਕਰਨਾ ਹੈ। ਕੀ ਨਾਮ ਦਿਓਗੇ ਇਹਨੂੰ, ਪਾਣੀ ਇਹਦੇ ਵਿੱਚੋਂ ਨਿਕਲ ਜਾਏਗਾ, CH3COOO CH2CH3 ਇਹਦਾ ਨਿਰਮਾਣ ਆਪਣੇ ਕੋਲ ਹੋ ਰਿਹਾ ਹੈ। ਕਾਰਬਨ 4 ਹੈ, ਠੀਕ ਹੈ। ਬਾਕੀ ਤੁਸੀਂ ਆਪ ਦੱਸੋਗੇ ਇਹਦਾ ਕੀ ਬੋਲੋਗੇ ਤੁਸੀਂ ਇਸ ਨੂੰ, ਠੀਕ ਹੈ। ਬਿਊਟੇਨੋਲ ਬੋਲੋਗੇ, ਬਿਊਟੇਨਲ ਬੋਲੋਗੇ, ਇਹ ਤੁਸੀਂ ਆਪ ਸੋਚ ਕੇ ਕਮੈਂਟ ਬਾਕਸ ਦਾ ਨਾਮ ਜ਼ਰੂਰ ਲਿਖੋਗੇ, ਠੀਕ ਹੈ। ਕੀਟੋਨ ਗਰੁੱਪ ਵਾਲੇ 'ਚ ਦੇਖ ਲਿਆ ਜੀ, ਬੈਕ ਸਾਈਡ 'ਤੇ ਕੀ ਲੱਗਣਾ ਹੈ, ਕਾਰਬਨ ਕਾਊਂਟ ਕਰ ਲਓ, 4 ਹੈਗੇ ਤਾਂ ਬਿਊਟੇ ਦਾ ਸ਼ਬਦ ਆਏਗਾ ਅੱਗੇ ਉਹਦੇ, ਠੀਕ ਹੈ। ਬਾਕੀ ਹੁਣ ਪਿੱਛੇ ਤੁਸੀਂ ਆਪ ਸੋਚੋ ਵੀ ਕਿਸ ਫੰਕਸ਼ਨਲ ਗਰੁੱਪ ਦੇ ਲਈ ਆਪਾਂ ਪਿੱਛੇ ਕੀ ਲਗਾਉਣਾ ਹੁੰਦਾ ਹੈ, ਠੀਕ ਹੈ। ਅੱਗੇ ਐਸਟਰ ਮਿੱਠੀ ਗੰਧ ਦੇਣ ਵਾਲੇ ਪਦਾਰਥ ਹੁੰਦੇ, ਐਸਟਰ ਦੀ ਜਿਹੜੀ ਗੰਧ ਉਹ ਮਿੱਠੀ ਹੁੰਦੀ ਹੈ। ਇਤਰ ਬਣਾਉਣ ਅਤੇ ਸਵਾਦ ਉਤਪੰਨ ਕਰਨ ਲਈ, ਇਤਰ ਬਣਾਉਣ ਲਈ ਕਿਸ ਨੂੰ ਯੂਜ਼ ਕਰਦੇ ਆਪਾਂ, ਐਸਟਰ ਦਾ ਯੂਜ਼ ਕਰਦੇ ਹੈਗੇ ਆ। ਯਾਦ ਰੱਖਣਾ ਹੈ ਵੀ ਇਤਰ ਫੈਕਟਰੀ ਵਿੱਚ ਕਿਹੜਾ ਕੀ ਚੀਜ਼ ਯੂਜ਼ ਹੁੰਦੀ ਹੈ, ਤਾਂ ਇਹ ਯਾਦ ਰੱਖਣਾ ਆਪਾਂ, ਐਸਟਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਹੁਣ ਹੈ ਖਾਰ ਨਾਲ ਪ੍ਰਤੀਕਿਰਿਆ, ਠੀਕ ਹੈ। ਖਾਰ ਹੁੰਦਾ ਹੈ NaOH, ਠੀਕ ਹੈ। ਇਹ ਇਥੇਨੋਇਕ ਐਸਿਡ ਨਾਲ ਕਿਰਿਆ ਕਰ ਰਿਹਾ ਹੈ, ਇਹਦੇ ਨਾਲ ਕਿਰਿਆ ਕਰਕੇ ਸੋਡੀਅਮ ਐਸੀਟੇਟ ਜਾਂ ਸੋਡੀਅਮ ਇਥੋਨੇਟ ਬੋਲਦੇ ਨੇ ਆਪਾਂ, ਕਿਉਂਕਿ ਇੱਥੇ ਤਾਂ 2 ਕਾਰਬਨ ਹੈ ਨਾ, ਇਥੋਨੇਟ, ਸੋਡੀਅਮ ਇਥੋਨੇਟ ਦਾ ਨਿਰਮਾਣ ਹੁੰਦਾ, ਨਾਲ ਪਾਣੀ ਦਾ ਨਿਰਮਾਣ ਹੁੰਦਾ ਹੈ, ਠੀਕ ਹੈ। ਇਹ ਕਾਰਬੋਨੇਟ ਅਤੇ ਹਾਈਡਰੋਜਨ ਕਾਰਬੋਨੇਟ ਨਾਲ ਕਿਰਿਆ, ਸੇਮ ਉਵੇਂ ਹੀ ਹੈ ਇਹ ਸਾਰਾ, ਠੀਕ ਹੈ। ਇਹ ਇਥੋਨੇਟ ਦਾ ਨਿਰਮਾਣ ਹੁੰਦਾ, ਸੋਡੀਅਮ ਇਥੋਨੇਟ ਦਾ, ਠੀਕ ਹੈ। ਸਾਬਣ ਜਿਹੜੇ ਬਣਦੇ ਆ ਉਹ ਇਸੇ ਪ੍ਰਕਿਰਿਆ ਰਾਹੀਂ ਬਣਦੇ ਆ, ਜਿਹੜੀਆਂ ਲੜੀਆਂ ਹੁੰਦੀਆਂ ਨਾ, ਠੀਕ ਹੈ। ਜੇ ਇਥੇਨੋਇਕ ਐਸਿਡ ਜਾਂ ਮਿਥੇਨ ਪ੍ਰੋਪੇਨੋਇਕ ਐਸਿਡ ਹੈ ਜਾਂ ਇਸ ਤਰੀਕੇ ਦੀ, ਤਾਂ ਉਹ ਸੋਡੀਅਮ ਦੀ ਕਿਰਿਆ ਕਰਕੇ ਇੱਥੇ ਸੋਡੀਅਮ ਆ ਜਾਂਦਾ ਹੈ ਤੇ ਜਿਹੜਾ ਹੈ ਸੋਡੀਅਮ ਐਸੀਟੇਟ ਦਾ ਨਿਰਮਾਣ ਹੁੰਦਾ ਹੈ, ਠੀਕ ਹੈ। ਤਾਂ ਇਹ ਹੀ ਸਾਬਣ ਹੁੰਦੀ ਹੈ, ਅਸਲ 'ਚ ਕੀ ਚੀਜ਼ ਹੁੰਦੀ ਹੈ, ਸਾਬਣ ਹੁੰਦੀ ਹੈ। ਇਹ ਕੰਮ ਕਿਵੇਂ ਕਰਦੀ ਹੈ, ਦੇਖੋ ਸਾਬਣ ਅਤੇ ਮੇਲ ਨਿਵਾਰਕ ਜਿਹੜੇ ਹੈਗੇ ਆ। ਹੁਣ ਸਾਬਣ ਜਿਹੜੀ ਹੁੰਦੀ ਹੈ ਇਹਦੇ ਵਿੱਚ 2 ਸਿਰੇ ਬਣ ਜਾਂਦੇ, ਇੱਕ ਤਾਂ ਆਇਨੀਕ੍ਰਿਤ ਸਿਰਾ, ਦੂਸਰਾ ਹੁੰਦਾ ਹੈ ਕਾਰਬਨ ਲੜੀ ਵਾਲਾ, ਠੀਕ ਹੈ। ਇੱਕ ਪਾਸੇ ਦਾ ਕਾਰਬਨ ਦੀ ਲੜੀ ਹੈ, ਲਾਸਟ ਤੇ ਕੀ ਹੈ, ਸੋਡੀਅਮ ਜੁੜਿਆ ਹੋਇਆ ਉਹਦੇ, ਠੀਕ ਹੈ। ਤਾਂ ਇਹ ਸੋਡੀਅਮ ਜਿਹੜਾ ਉਹ ਆਇਨ ਦਾ ਨਿਰਮਾਣ ਕਰਦਾ ਹੈ ਤੇ ਜਿਹੜੀ ਕਾਰਬਨ ਲੜੀ ਹੈਗੀ ਹੈ, ਹੁਣ ਇਹ ਚੀਜ਼ ਧਿਆਨ ਰੱਖਣੀ ਹੈ, ਆਇਨ ਜਿਹੜੇ ਉਹ ਪਾਣੀ ਵਿੱਚ ਘੁਲਣਸ਼ੀਲ ਹੈ,
ਆਇਨਿਕ ਪਾਸਾ ਜਿਹੜਾ ਉਹ ਪਾਣੀ ਵਿੱਚ ਘੁਲਣਸ਼ੀਲ ਹੈ। ਦੂਸਰਾ ਪਾਸਾ ਜਿਹੜਾ ਹੈਗਾ ਲੜੀ ਹੈ, ਕਾਰਬਨ ਦੀ ਲੜੀ ਹੈ, ਉਹ ਤੇਲ ਵਿੱਚ ਘੁਲਣਸ਼ੀਲ ਹੈ। ਅਸਲ 'ਚ ਮੇਲ ਕੀ ਹੁੰਦੀ ਹੈ, ਲਗਭਗ ਤੇਲ ਦੇ ਛਿੱਟੇ ਲੱਗੇ ਹੁੰਦੇ ਆ ਨਾ, ਤਾਂ ਉਹ ਉਹਨਾਂ ਦਾ ਨੇਚਰ ਜਿਹੜਾ ਹੈ ਓਇਲੀ ਹੁੰਦਾ ਹੈ। ਠੀਕ ਹੈ, ਕੱਪੜੇ ਖਰਾਬ ਹੋ ਗਏ ਜੋ ਓਇਲੀ ਨੇਚਰ ਦੇ ਕਾਰਨ ਹੁੰਦੇ ਆ, ਤਾਂ ਉਹ ਆਇਲ ਦੇ ਜਿਹੜੇ ਕਣ ਹੁੰਦੇ ਉਹ ਕੱਪੜੇ 'ਚ ਫਸੇ ਹੈਗੇ ਹੈ। ਤਾਂ ਅਸਲ 'ਚ ਕਾਰਬਨ ਵਾਲੀ ਜਿਹੜੀ ਲੜੀ ਹੈ ਉਹ ਉਹਦੇ ਵਿੱਚ ਜਿਹੜੀ ਹੈ ਘੁਲ ਜਾਂਦੀ ਹੈ, ਅਤੇ ਜਿਹੜਾ ਸੋਡੀਅਮ ਹੈ ਉਹ ਪਾਣੀ 'ਚ ਹੀ ਘੁਲ ਜਾਂਦਾ ਹੈ। ਇਸ ਪ੍ਰਕਾਰ ਝੱਗ ਦਾ ਨਿਰਮਾਣ ਅਤੇ ਇੱਕ ਇਮਲਸ਼ਨਸ ਦਾ ਨਿਰਮਾਣ ਹੁੰਦਾ ਹੈ, ਜਿਹੜੇ ਕਿ ਬਾਅਦ 'ਚ ਆਪਾਂ ਉਸ ਨੂੰ ਪਾਣੀ ਕੱਢਦੇ ਹਾਂ ਬਾਹਰ, ਤਾਂ ਉਹ ਜਿਹੜਾ ਓਇਲ ਜਿਹੜਾ ਫਸਿਆ ਸੀ ਉਹਨੂੰ ਕੱਢ ਕੇ ਬਾਹਰ ਜਿਹੜੀ ਉਹ ਸਾਬਣ ਕੱਢ ਲੈਂਦੀ ਹੈ। ਠੀਕ ਹੈ, ਇਹ ਉਸ ਦੀ ਕਿਰਿਆ ਹੈ। ਪਾਣੀ ਵਿੱਚ ਇਮਲਸ਼ਨ ਦਾ ਨਿਰਮਾਣ ਕਰਦਾ ਹੈ। ਠੀਕ ਹੈ, ਜਿਵੇਂ ਭਾਰੀ ਪਾਣੀ ਹੈਗਾ ਨਾ, ਭਾਰੀ ਪਾਣੀ ਜਿਹਨੂੰ ਬੋਲਦੇ ਹਾਂ, ਇਹਦੇ ਵਿੱਚ ਸਕੰਮ ਦਾ ਨਿਰਮਾਣ ਕਰਦਾ ਹੈ। ਦੇਖਿਆ ਹੋਏਗਾ ਝਾਗ ਜੀ ਕਹਿੰਦੇ ਨਾ, ਝਾਗ ਸਾਬਣ ਫਟ ਗਈ, ਤਾਂ ਉਹ ਸਕੰਮ ਦਾ ਨਿਰਮਾਣ ਹੁੰਦਾ ਹੈ, ਕਿਉਂਕਿ ਭਾਰੀ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜਿਹੜੀ ਕਿਰਿਆ ਕਰਕੇ ਸਾਬਣ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਰੋਕਦੀ ਹੈ। ਸਾਬਣ ਨੂੰ ਆਪਾਂ ਮੇਲ ਨਿਕਾਲਣ ਲਈ ਯੂਜ਼ ਕਰ ਰਹੇ ਹੈਗੇ ਨਾ, ਤਾਂ ਉਸ ਦੀ ਜਿਹੜੀ ਪ੍ਰੋਪਰਟੀ ਹੈ ਇਮਲਸ਼ਨ ਨਹੀਂ ਬਣ ਜਾਂਦੀ ਪ੍ਰੋਪਰ, ਕਿਸ ਦਾ ਨਿਰਮਾਣ ਕਰ ਲੈਂਦੀ ਹੈ, ਸਕੰਮ ਦਾ ਨਿਰਮਾਣ ਕਰ ਲੈਂਦੀ ਹੈ। ਠੀਕ ਹੈ, ਇਸ ਲਈ ਜਿਹੜਾ ਹੈਗਾ ਹੈ ਸਾਬਣ ਦੀ ਵਰਤੋਂ ਭਾਰੀ ਪਾਣੀ ਵਿੱਚ ਨਹੀਂ ਕੀਤੀ ਜਾਂਦੀ। ਮੇਲ ਨਿਵਾਰਕ ਜਿਹੜੇ ਹੈਗੇ ਹੈ ਉਹ ਉਹਨਾਂ ਦਾ ਸਟਰਕਚਰ ਜਿਹੜੀ ਸਾਬਣ ਦੇ ਨਾਲ ਮਿਲਦੀ ਜੁਲਦੀ ਹੁੰਦੀ ਹੈ, ਬਟ ਉਹਦੇ ਵਿੱਚ ਜਿਹੜਾ ਹੈ ਕਾਰਬੋਕਸਿਲਿਕ ਤੇਜ਼ਾਬ ਅਤੇ ਅਮੋਨੀਆ ਸਲਫੇਟ ਦੇ ਲੂਣ ਹੁੰਦੇ ਹਨ। ਉਹਦੇ ਵਿੱਚ ਸੋਡੀਅਮ ਹੈ ਨਾ, ਇਹਦੇ ਵਿੱਚ ਅਮੋਨੀਅਮ ਅਤੇ ਸਲਫੇਟ ਦੇ ਲੂਣ ਨਾਲ ਹੁੰਦੇ ਹੈ, ਅਤੇ ਇਹ ਜਿਹੜਾ ਹੈ ਭਾਰੀ ਪਾਣੀ ਵਿੱਚ ਇਮਲਸ਼ਨ ਜਿਹੜਾ ਸਕੰਮ ਹੈ ਉਸ ਦਾ ਨਿਰਮਾਣ ਨਹੀਂ ਕਰਦਾ, ਜਿਸ ਕਾਰਨ ਇਸ ਦੀ ਵਰਤੋਂ ਭਾਰੀ ਪਾਣੀ ਵਿੱਚ ਜਿਵੇਂ ਕੱਪੜੇ ਧੋਣ ਲਈ ਇਸ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਹੈ। ਅੱਜ ਵੀਡੀਓ ਥੋੜੀ ਜ਼ਿਆਦਾ ਲੰਬੀ ਬਣ ਰਹੀ ਸੀ, ਇਸ ਕਰਕੇ ਮੈਂ ਜਿਹੜੇ ਪਿਛਲੇ ਸਾਲਾਂ ਦੇ ਕੁਐਸਚਨਸ ਹੈ ਉਹ ਐਡ ਨਹੀਂ ਕੀਤੇ ਇਹਦੇ ਵਿੱਚ। ਉਹਦੀ ਇੱਕ ਅੱਡ ਤੋਂ ਇੱਕ ਵੀਡੀਓ ਬਣਾ ਕੇ ਜਿਹੜੀ ਮੈਂ ਜਲਦੀ ਹੀ ਇਹਦੇ 'ਤੇ ਪਾਵਾਂਗਾ, ਕਿਉਂਕਿ ਇਹ ਲੈਸਨ ਵੈਰੀ ਇੰਪੋਰਟੈਂਟ ਹੈ। ਇਹਨੂੰ ਇੱਕ ਵਾਰ ਸਮਝਣਾ ਹੈ ਤਾਂ 2 ਜਾਂ 3 ਵਾਰ ਜ਼ਰੂਰ ਦੇਖੋ, ਫਿਰ ਤੁਸੀਂ ਉਹਦੇ ਆਨਸਰ ਦੇਖੋ। ਤੁਸੀਂ ਪ੍ਰੀਵੀਅਸ ਈਅਰ ਪੇਪਰ ਜਿਹੜਾ ਹੋਇਆ ਨਾ ਉਹਨੂੰ ਕੱਢ ਕੇ ਦੇਖੋ ਕਿ ਤੁਸੀਂ ਇਸ ਲੈਸਨ ਵਿੱਚੋਂ ਆਏ ਪ੍ਰਸ਼ਨਾਂ ਨੂੰ ਸੋਲਵ ਕਰ ਪਾਉਂਦੇ ਹੋ। ਠੀਕ ਹੈ, ਜੇ ਨਹੀਂ ਕਰ ਪਾਉਂਦੇ ਫਿਰ ਦੁਬਾਰਾ ਦੇਖੋ ਇਸ ਵੀਡੀਓ ਨੂੰ, ਕਿਉਂਕਿ ਇਸ ਵੀਡੀਓ ਦੇ ਵਿੱਚੋਂ ਹੀ ਤੁਸੀਂ ਉਹ ਸਾਰੇ ਕੁਐਸਚਨ ਜਿਹੜੇ ਉਹ ਸੋਲਵ ਡਾਇਰੈਕਟਲੀ ਕਰ ਸਕਦੇ ਹੋ। ਠੀਕ ਹੈ, ਤਾਂ ਜੇਕਰ ਇਹਦਾ ਬੇਸਿਕ ਕਨਸੈਪਟ ਤੁਸੀਂ ਸਮਝ ਲੈਂਦੇ ਹੋ, ਉਹਦੇ ਆਪਣੇ ਕੋਲ ਕਿਰਿਆਤਮਕ ਸਮੂਹਾਂ ਨੂੰ ਸਮਝ ਲੈਂਦੇ ਹੋ, ਨਾਮਕਰਨ ਕਿਵੇਂ ਹੁੰਦਾ ਉਸ ਨੂੰ ਸਮਝ ਲੈਂਦੇ ਹੋ। ਠੀਕ ਹੈ, ਇਥੇਨੋਲ ਹੋ ਗਿਆ ਅਤੇ ਇਥੇਨੋਇਕ ਐਸਿਡ ਹੋ ਗਿਆ, ਇਹਨਾਂ ਦੀ ਪ੍ਰਕਿਰਿਆਵਾਂ, ਇਹਨਾਂ ਦੇ ਜਿਹੜੇ ਆਪਣੇ ਕੋਲ ਕੈਮੀਕਲ ਰਿਐਕਸ਼ਨਸ ਹੈਗੀਆਂ ਉਹਨਾਂ ਨੂੰ ਰੀਡ ਕਰ ਲਿਆ ਤੁਸੀਂ, ਉਹ ਕੀ ਚੀਜ਼ ਕਿਸ ਦਾ ਨਿਰਮਾਣ ਕਰ ਰਹੀ ਹੈ ਉਸ ਦੀ ਤੁਹਾਨੂੰ ਥੋੜ੍ਹੀ ਜਾਣਕਾਰੀ ਹੋਗੀ, ਤਾਂ ਇਸ ਨੂੰ ਤੁਸੀਂ ਸੋਲਵ ਕਰ ਸਕਦੇ ਹੋ। ਠੀਕ ਹੈ, ਤਾਂ ਮੈਂ ਸੋਚ ਰਿਹਾ ਤੁਹਾਡੀ ਤਿਆਰੀ ਵਧੀਆ ਚੱਲ ਰਹੀ ਹੋਏਗੀ, ਹੋਰ ਵੀ ਤਿਆਰੀ ਅੱਗੇ ਕਰੋ ਵਧੀਆ। ਠੀਕ ਹੈ, ਤਾਂ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਦੁਬਾਰਾ ਧਿਆਨ ਨਾਲ ਦੇਖਣਾ ਹੈ ਤੁਸੀਂ, ਨਹੀਂ ਇੱਕ ਵਾਰ ਸਮਝ ਆਉਂਦੀ ਤਾਂ ਦੁਬਾਰਾ ਦੇਖੋ। ਠੀਕ ਹੈ, ਅਗਰ ਫਿਰ ਵੀ ਤੁਹਾਨੂੰ ਕੋਈ ਲੱਗਦਾ ਹੈ ਡਾਊਟ ਤਾਂ ਕਮੈਂਟ ਬਾਕਸ 'ਚ ਤੁਸੀਂ ਆਪਣਾ ਡਾਊਟ ਵੀ ਮੇਥੋਂ ਪੁੱਛ ਸਕਦੇ ਹੋ, ਜਿਹੜਾ ਕਿ ਮੈਂ ਨੈਕਸਟ ਟਾਈਮ ਜਦੋਂ ਵੀਡੀਓ ਲੈ ਕੇ ਆਵਾਂਗਾ ਉਸ 'ਚ ਕਲੀਅਰ ਕਰ ਦੇਵਾਂਗਾ। ਥੈਂਕ ਯੂ।